ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਦਾਸੀ ਪ੍ਰਿਥੀਏ ਕੀ ਸੁਨਤ, ਦੰਪਤ ਕੇ ਸਭ ਬੈਨ। ਮਨ ਪ੍ਰਸੰਨ ਅਤ ਹੀ ਭਈ, ਕਰ ਵਿਚਾਰ ਦਿਨ ਰੈਨ। ਦਾਸੀ ਪ੍ਰਿਥੀਏ ਕੀ ਸੁਨਤ, ਦੰਪਤ ਕੇ ਸਭ ਬੈਨ। ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਸਮੂਹ ਸੰਗਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਬੜੇ ਹੀ ਪ੍ਰੇਮ ਨਾਲ ਸਰਵਣ ਕਰ ਰਹੇ ਸੀਗੇ। ਹਾ ਹਾ ਪ੍ਰਭ ਰਾਖ ਲਿਓ। ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ। ਆਓ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹਾਂ। ਸੰਗਤ ਜੀ, ਭਾਈ ਰਾਮ ਕੋਇਰ ਦੀ ਕਥਾ ਕਰ ਰਹੇ ਨੇ। ਗੁਰੂ ਕੇ ਸਿੱਖ ਬੜੇ ਪਿਆਰ ਦੇ ਨਾਲ ਕਥਾ ਸੁਣ ਰਹੇ ਨੇ ਜੀ। ਕੱਲ ਤੁਸੀਂ ਸਰਵਣ ਕੀਤਾ ਕਵੀ ਰਾਜ, ਕਵੀਆਂ ਦੇ ਰਾਜੇ ਕਵੀ ਸੰਤੋਖ ਸਿੰਘ ਜੀ ਇਹ ਲਿਖਦੇ ਆ, ਕਹਿੰਦੇ ਆ ਰਾਮ ਕੋਇਰ ਜੀ
ਉਹਨਾਂ ਦਾ ਸਰੀਰ ਹਿਮਾਲਿਆ ਪਰਬਤ ਵਰਗਾ ਹੈ। ਤੇ ਜਿਵੇਂ ਹਿਮਾਲਿਆ ਪਰਬਤ ਵਿੱਚੋਂ ਨਿਰਮਲ ਉਜਲ ਜਲ ਦੀਆਂ ਨਦੀਆਂ ਨਿਕਲਦੀਆਂ ਨੇ ਨਾ, ਉਹਨਾਂ ਦੀ ਰਸਨਾ ਤੋਂ ਮਹਾਰਾਜ ਜੀ ਦੀ ਕਥਾ ਨਿਕਲਦੀ ਹੈ। ਪ੍ਰੇਮੀ ਸਿੱਖ ਭਾਈ ਰਾਮ ਕੋਇਰ ਜੀ ਦੇ ਆਲੇ ਦੁਆਲੇ ਬੈਠ ਕੇ ਗੁਰੂ ਜੀ ਦੀ ਕਥਾ ਸੁਣਦੇ ਹੈ, ਕਥਾ ਦਾ ਰਸ ਲੈਂਦੇ ਹੈ। ਔਰ ਇਸ ਕਥਾ ਦੇ ਨਾਲ ਜਿੱਥੇ ਉਹਨਾਂ ਨੂੰ ਆਤਮਿਕ ਲਾਭ ਪ੍ਰਾਪਤ ਹੁੰਦਾ ਹੈ, ਉੱਥੇ ਜ਼ਿੰਦਗੀ ਦੇ ਵਿੱਚ ਔਗੁਣਾਂ ਦੇ ਜਿਹੜੇ ਰੁੱਖ ਲੱਗ ਚੁੱਕੇ ਆ ਨਾ ਜੀ, ਉਹ ਪੁੱਟੇ ਜਾਂਦੇ ਆ ਜੀ। ਤੁਸੀਂ ਸੁਣਿਆ ਭਾਈ ਰਾਮ ਕੋਇਰ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਬਾਬਾ ਜੀ, ਭਾਈ ਸਾਹਿਬ ਜੀ, ਤੁਸੀਂ ਸਾਨੂੰ ਗੁਰੂ ਅਰਜਨ ਸਾਹਿਬ ਜੀ ਦੀ ਕਥਾ ਤੇ ਸੁਣਾਈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦੀ ਕਥਾ ਨਹੀਂ ਅਜੇ ਤੱਕ ਸੁਣਾਈ। ਉਹ ਫਿਰ ਭਾਈ ਰਾਮ ਕੋਇਰ ਜੀ 6ਵੇਂ ਪਾਤਸ਼ਾਹ ਜੀ ਦੇ ਆਗਮਨ ਦੀ ਕਥਾ ਲਿਖ ਰਹੇ ਹੈ, ਉਹ ਵਾਹਿਗੁਰੂ ਸੁਣਾ ਰਹੇ ਹੈ। ਕਵੀ ਸੰਤੋਖ ਸਿੰਘ ਜੀ ਨੇ ਉਹ ਕਥਾ ਲਿਖੀ ਹੈ। ਕੱਲ੍ਹ ਤੁਸੀਂ ਸਰਵਣ ਕੀਤਾ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਹੁਤ ਜੈ ਜੈਕਾਰ ਹੋਈ ਜੀ। ਚਾਰੇ ਕੁੰਟਾਂ ਵਿੱਚ 5ਵੇਂ ਪਾਤਸ਼ਾਹ ਮਹਾਰਾਜ ਜੀ ਦਾ ਜਸ ਛਾਇਆ ਜੀ, ਚਾਰੇ ਕੁੰਟਾਂ 'ਚ ਜੀ। ਮਹਾਰਾਜ ਜੀ ਦਾ ਇੰਨਾ ਜ਼ਿਆਦਾ ਪ੍ਰਤਾਪ ਵਧਿਆ, ਹਜ਼ੂਰੀ ਦੇ ਵਿੱਚ ਆ ਕੇ ਅਰਦਾਸ ਕੀਤਿਆਂ ਲੋਕਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਸਨ। ਪਰ ਜੇ ਕੋਈ ਕਿਤੇ ਵੀ ਬੈਠਾ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਕੇ ਅਰਦਾਸ ਕਰਦਾ ਸੀ ਨਾ, ਗੁਰੂ ਅਰਜਨ ਸਾਹਿਬ ਉੱਥੇ ਹੀ ਉਹਦੀ ਅਰਦਾਸ ਸੁਣ ਕੇ ਉਹਦੇ ਕਾਰਜ ਉਦਾਸ ਕਰ ਦਿੰਦੇ ਸਨ ਜੀ। ਚੇਤਾ ਰੱਖਿਓ, ਮੈਨੂੰ ਇੱਕ ਗੁਰਮੁਖ ਕਹਿਣ ਲੱਗੇ ਵੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪਿਆ ਕਰੋ। ਮੈਂ ਬੜਾ ਕੋਸ਼ਿਸ਼ ਕਰਿਆ ਕਰਾਂ, ਯਤਨ ਕਰਿਆ ਕਰਾਂ, ਤੇ ਹੁਣ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹਿਣ ਦਾ ਬਾਹਰ ਅੰਦਰ ਪ੍ਰੋਗਰਾਮਾਂ 'ਚ ਤੇ ਬੜਾ ਸਮਾਂ ਮਿਲਦਾ, ਪਰ ਨਾਮ ਜਪਣ ਲਈ ਬੈਠਿਆ ਹੀ ਨਾ ਜਾਵੇ ਜੀ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਹਜ਼ੂਰੀ ਵਿੱਚ ਕਿਵੇਂ ਬੈਠਿਆ ਕਰੀਏ। ਕਹਿੰਦੇ ਹਜ਼ੂਰੀ ਦਾ ਮਤਲਬ ਇਕੱਲਾ ਇਹੋ ਹੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਜਿੱਥੇ ਨੇਤਰ ਬੰਦ ਕਰੋ ਗੁਰੂ ਜੀ ਨੂੰ ਹਜ਼ੂਰ ਸਮਝ ਕੇ ਨਾਮ ਜਪੋ ਕਹਿਣ ਲੱਗੇ। ਜਿੱਥੇ ਵੀ ਨੇਤਰ ਬੈਠੇ ਉੱਥੇ ਹੀ ਨੇਤਰ ਬੰਦ ਕਰਕੇ ਗੁਰੂ ਜੀ ਨੂੰ ਹਜ਼ੂਰ ਸਮਝ ਕੇ ਨਾਮ ਜਪੋ, ਪੂਰਾ ਫਲ ਮਿਲੇਗਾ। ਸਿੱਖ ਗੁਰੂ ਅਰਜਨ ਸਾਹਿਬ ਜੀ ਨੂੰ ਹਜ਼ੂਰ ਸਮਝ ਕੇ ਅਰਦਾਸ ਕਰਦੇ ਆ। ਕੋਈ ਕਿਤੇ ਵੀ ਬੈਠਾ ਹੋਵੇ, ਗੁਰੂ ਅਰਜਨ ਸਾਹਿਬ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਜੀ। ਵਿਸਾਖੀ ਵਾਲਾ ਦਿਨ ਆਇਆ, ਬਹੁਤ ਵੱਡਾ ਮੇਲਾ ਲੱਗਾ। ਇੱਕ ਸਿੱਖ ਬਾਹਰਲੇ ਦੇਸ਼ ਵਿੱਚੋਂ ਆਇਆ, ਉਹ ਗੁਰੂ ਸਾਹਿਬ ਜੀ ਨੂੰ ਬਹੁਤ ਕੀਮਤੀ ਬਸਤਰ ਭੇਟਾ ਕਰਕੇ ਗਿਆ ਜੀ। ਗੁਰੂ ਸਾਹਿਬ ਜੀ ਦੇ ਮਹਿਲਾਂ ਵਾਸਤੇ ਵੀ ਬਸਤਰ ਦੇ ਕੇ ਗਿਆ ਜੀ। ਉਹ ਬਹੁਤ ਕੀਮਤੀ ਬਸਤਰ ਸਨ। ਮਾਤਾ ਗੰਗਾ ਜੀ ਉਹ ਬਸਤਰ ਲੈ ਕੇ ਬੜੇ ਪ੍ਰਸੰਨ ਹੋਏ। ਜਦੋਂ ਗੁਰੂ ਅਰਜਨ ਸਾਹਿਬ ਮੇਲਾ ਸੰਪੂਰਨ ਕਰਕੇ ਘਰ ਪਹੁੰਚੇ, ਮਾਤਾ ਜੀ ਕਹਿਣ ਲੱਗੇ, ਮਹਾਰਾਜ ਬੜੇ ਕੀਮਤੀ ਬਸਤਰ ਆਏ ਨੇ। ਤੇ ਗੁਰੂ ਅਰਜਨ ਸਾਹਿਬ ਜੀ ਨੇ ਨਿਮਰਤਾ 'ਚ ਕਿਹਾ, ਮਹਾਰਾਜ ਕਹਿੰਦੇ, ਗੰਗਾ ਜੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ ਸਾਰਾ। ਵਧੀਆ ਵਧੀਆ ਕੱਪੜੇ ਮਿਲਣੇ, ਵਧੀਆ ਛਕਣ ਨੂੰ ਮਿਲਣਾ, ਵਧੀਆ ਰਹਿਣ ਨੂੰ ਮਿਲਣਾ, ਇਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ ਸਾਰਾ ਜੀ। ਹੁਣ ਤੁਸੀਂ ਅੰਦਾਜ਼ਾ ਲਾਓ, ਇਸ ਗੱਲ ਤੋਂ ਆਪਾਂ ਇਹ ਸਿੱਖਿਆ ਲੈਣੀ ਹੈ। ਕੋਈ ਬੰਦਾ ਆਖੇ ਜੀ ਮੈਂ ਤੇ ਪੜ੍ਹ ਕੇ ਜੱਜ ਬਣ ਗਿਆ ਤੇ ਮੇਰੇ ਕੋਲ ਗੱਡੀ, ਮੇਰੇ ਕੋਲ ਘਰ ਵੀ ਵਧੀਆ, ਮੇਰੇ ਕੋਲ ਗੱਡੀ ਵਧੀਆ, ਖਾਣ ਦੀ ਵੀ ਕਮੀ ਨਹੀਂ ਤੇ ਪਾਉਣ ਦੀ ਕਮੀ ਨਹੀਂ ਹੈ, ਇਹ ਮੇਰੀ ਮਿਹਨਤ ਹੈਗੀ ਹੈ ਸਾਰੀ। ਸਿੱਖ ਇਹ ਕੰਮ ਨਹੀਂ ਕਹਿ ਸਕਦਾ ਜੀ। ਗੁਰੂ ਅਰਜਨ ਸਾਹਿਬ ਤੇ ਆਪ ਰੱਬ ਨੇ। ਪਰ ਜਦੋਂ ਮਾਤਾ ਗੰਗਾ ਜੀ ਨੇ ਕਿਹਾ ਨਾ ਵੀ ਮਹਾਰਾਜ ਬਹੁਤ ਹੀ ਵਧੀਆ ਕੱਪੜੇ ਐ, ਤੇ ਮਹਾਰਾਜ ਗੰਗਾ ਜੀ ਨੂੰ ਕਹਿਣ ਲੱਗੇ, ਗੰਗਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਨਾਲ ਸਾਨੂੰ ਸਾਰਾ ਕੁਝ ਮਿਲਿਆ। ਸਿੱਖ ਨੇ ਆਪਣੇ ਮਨ 'ਚ ਇਹੋ ਹੀ ਗੱਲ ਬਾਰ-ਬਾਰ ਲੈ ਕੇ ਆਉਣੀ ਹੈ, ਸਭ ਕੁਝ ਗੁਰੂ ਜੀ ਦਾ ਜੀ, ਸਾਡਾ ਕੁਝ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ, ਕਿਆ ਲੱਗ ਹੈ ਮੇਰਾ। ਮਾਤਾ ਗੰਗਾ ਜੀ ਨੇ ਗੁਰਪੁਰਬਾਂ ਵਾਲੇ ਦਿਨ ਉਹ ਕੱਪੜੇ ਪਾਉਣੇ। ਫਿਰ ਇੱਕ ਦਿਨ ਵਰਖਾ ਦੀ ਰੁੱਤ ਲੰਘੀ, ਕੱਪੜੇ ਸਲਾਬੇ ਨਾ ਜਾਣ, ਸੁੱਕਣੇ ਪਾਏ ਜੀ ਉੱਤੇ ਜੀ, ਧੁੱਪੇ ਜੀ, ਧੁੱਪ ਲਵਾ ਰਹੇ ਸਨ ਉਹਨਾਂ ਨੂੰ ਜੀ। ਤੇ
ਬੀਬੀ ਕਰਮੋ ਨੇ ਵੇਖ ਲਿਆ ਜੀ, ਉਹ ਕੱਪੜੇ ਵੇਖ ਕੇ ਬੀਬੀ ਕਰਮੋ ਨੂੰ ਬਹੁਤ ਦੁੱਖ ਹੋਇਆ ਜੀ। ਜਿਹੜਾ ਸ਼ਰੀਕਾ ਹੈ ਨਾ ਜੀ, ਇਹ ਬੰਦੇ ਨੂੰ ਟਿਕਣ ਨਹੀਂ ਦਿੰਦਾ ਜੀ, ਔਖਾ ਹੋ ਜਾਂਦਾ ਜੀ। ਅਸਲ 'ਚ ਇਹ ਬੰਦੇ ਦੀ ਪ੍ਰੀਖਿਆ ਦੀ ਘੜੀ ਹੁੰਦੀ ਹੈ ਵੀ ਬੰਦਾ ਕਿੰਨਾ ਕੁ ਪਾਸ ਹੁੰਦਾ ਜੀ ਇਹਦੇ ਤੋਂ ਜੀ। ਬੀਬੀ ਕਰਮੋ ਜੀ ਨੂੰ ਬਹੁਤ ਦੁੱਖ ਲੱਗਾ ਵੀ ਇਹਨਾਂ ਦੇ ਇੰਨੇ ਕੱਪੜੇ ਕਿਉਂ ਵਧੀਆ ਨੇ। ਬੀਬੀ ਕਰਮੋ ਜੀ ਮਾਤਾ ਗੰਗਾ ਜੀ ਦੇ ਜਠਾਣੀ ਨੇ ਜੀ, ਜਠਾਣੀ ਹੈ। ਬੜਾ ਦੁੱਖ ਲੱਗਾ, ਬਹੁਤ ਮਨ 'ਚ ਝੋਰਾ ਲੱਗਾ ਜੀ। ਜਦੋਂ ਬਾਬਾ ਪ੍ਰਿਥੀਆ ਜੀ ਆਏ ਨਾ ਜੀ ਘਰ 'ਚ, ਤੇ ਬੀਬੀ ਕਰਮੋ ਨੇ ਲਾਮਾ ਦਿੱਤਾ, ਕਹਿਣ ਲੱਗੇ ਤੁਸੀਂ ਆਪਣੀ ਜ਼ਿੰਦਗੀ 'ਚ ਖੱਟੀ ਨਹੀਂ ਖੱਟ ਸਕੇ ਕੋਈ। ਵੇਖੋ ਤੁਹਾਡੇ ਛੋਟੇ ਭਰਾ ਗੁਰਤਾ ਗੱਦੀ ਦੇ ਮਾਲਕ ਬਣੇ, ਕਿੰਨਾ ਕੁਝ ਉਹਨਾਂ ਨੂੰ ਆਉਂਦਾ ਹੈ ਜੀ, ਕਿੰਨਾ ਕੁਝ ਉਹਨਾਂ ਨੂੰ ਆਉਂਦਾ। ਵੇਖੋ ਸੰਗਤ ਜੀ, ਆਉਂਦਾ ਤੇ ਬੜਾ ਕੁਝ ਬੰਦੇ ਨੂੰ ਵੇਖਦਾ ਜੀ। ਇਹਨਾਂ ਨੂੰ ਬਹੁਤ ਚੜਾਵੇ ਚੜ ਰਹੇ ਨੇ, ਇਹਨਾਂ ਨੂੰ ਬਹੁਤ ਕੁਝ ਆ ਰਿਹਾ, ਪਰ ਸਾਰੀ ਵਡਿਆਈ ਗੁਰਤਾ ਗੱਦੀ ਦੀ ਹੈ, ਗੁਰੂ ਜੀ ਦੀ ਵਡਿਆਈ ਹੈ ਸਾਰੀ ਦੀ। ਬਾਬਾ ਪ੍ਰਿਥੀਆ ਜੀ 'ਚੋਂ ਗੱਲ ਨਹੀਂ ਹੈਗੀ ਕਿਵੇਂ ਸਾਰਾ ਕੁਝ ਆਵੇ ਜੀ। ਬਾਬਾ ਪ੍ਰਿਥੀਆ ਜੀ ਨੇ ਜਿਹੜੇ ਬਚਨ ਕਹੇ ਨਾ ਜੀ, ਗੁਰੂ ਦਾ ਸਿੱਖ ਹੋਣ ਦੇ ਨਾਤੇ ਬੋਲਣ ਤੋਂ ਵੀ ਮੈਨੂੰ ਡਰ ਲੱਗਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਇਹੋ ਜਿਹੇ ਬੋਲਣ ਤੋਂ ਡਰ ਲੱਗਦਾ, ਪਰ ਇਤਿਹਾਸ ਹੈ, ਕਥਾ ਕਰਨੀ ਪੈਣੀ, ਸਾਡੀ ਡਿਊਟੀ ਹੈ, ਜ਼ਿੰਮੇਵਾਰੀ ਹੈ। ਬਾਬਾ ਪ੍ਰਿਥੀਆ ਜੀ ਨੇ ਬੀਬੀ ਕਰਮੋ ਜੀ ਨੂੰ ਕਿਹਾ, ਕਰਮੋ ਚਿੰਤਾ ਨਾ ਕਰ, ਗੁਰੂ ਅਰਜਨ ਦੇਵ ਜੀ ਨੇ ਬਹੁਤਾ ਲੰਮਾ ਸਮਾਂ ਸਰੀਰ ਵਿੱਚ ਨਹੀਂ ਰਹਿਣਾ। ਹੁਣ ਇਹਨੂੰ ਉਹਨੇ ਦੂਜੇ ਸ਼ਬਦਾਂ 'ਚ ਕਿਹਾ ਜੀ ਵੀ ਇਹਨਾਂ ਨੇ ਛੇਤੀ ਚਲੇ ਜਾਣਾ, ਦੂਜੇ ਸ਼ਬਦਾਂ 'ਚ ਕਿਹਾ ਜੀ। ਕਹਿਣ ਲੱਗਾ ਮੈਂ ਜ਼ਿਆਦਾ ਲੰਮਾ ਸਮਾਂ ਭਾਵੇਂ ਜਿਉਂਦਾ ਰਹਿ ਜਾ, ਅਜੇ ਕਿ ਆਪ ਵੀ ਥੋੜਾ ਸਮਾਂ ਰਹੇ ਜੀ। ਉਹ ਕਹਿਣ ਲੱਗਾ ਗੁਰੂ ਅਰਜਨ ਸਾਹਿਬ ਨੇ ਲੰਮਾ ਸਮਾਂ ਜਿਉਂਦੇ ਨਹੀਂ ਰਹਿਣਾ, ਉਹਨਾਂ ਘਰ ਪੁੱਤਰ ਨਹੀਂ ਕੋਈ ਹੋਣਾ, ਤੇ ਜੇ ਨਾ ਪੁੱਤਰ ਹੋਏਗਾ ਤੇ ਆਉਣਾ ਤੇ ਸਾਰਾ ਕੁਝ ਆਪਣੇ ਕੋਈ ਹੈ ਜੀ। ਇੰਨਾ ਕੀ ਗੱਲ ਹੈਗੀ ਜੀ। ਗੁਰੂ ਅਰਜਨ ਸਾਹਿਬ ਨੇ ਪਹਿਲਾਂ ਵੀ ਵਸਤੂਆਂ ਨਾਲ ਪਿਆਰ ਨਹੀਂ ਸੀ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਪਿਆਰ ਕੀਤਾ ਸੀਗਾ ਜੀ। ਗੁਰੂ ਰਾਮਦਾਸ ਜੀ ਨੇ ਵੀ ਕਿਸ ਵਸਤੂ ਨਾਲ ਪਿਆਰ ਨਹੀਂ ਸੀ ਕੀਤਾ, ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨਾਲ ਪਿਆਰ ਕੀਤਾ ਸੀਗਾ ਜੀ। ਗੁਰੂ ਰਾਮਦਾਸ ਜੀ ਦੇ ਜੀਵਨ ਦੀ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ। ਲਾਹੌਰ ਵਿੱਚ ਖਲੋ ਕੇ ਕਿਵੇਂ ਕੱਪੜੇ ਪਵਾਏ ਮਹਾਰਾਜ ਨੂੰ ਜੀ, ਉਹਨਾਂ ਨੇ ਚੋਲਾ ਪਵਾਇਆ। ਤੇ ਹੁਣ ਬੰਦਾ ਸੋਚੇ ਅਸੀਂ ਗੁਰੂ ਰਾਮਦਾਸ ਜੀ ਨੂੰ ਕੱਪੜੇ ਪਵਾਉਣੇ ਹੋਣ, ਉੱਥੇ ਤਾਂ 1.5 ਲੱਖ ਦੇ ਰੁਮਾਲੇ ਚੜ੍ਹਦੇ ਆ। ਤੇ ਮਹਾਰਾਜ ਨੇ ਸਾਨੂੰ ਜੁਗਤ ਦੱਸੀ, ਅੱਜ ਵੀ ਗੁਰੂ ਗ੍ਰੰਥ ਸਾਹਿਬ ਬਸਤਰ ਪਵਾ ਲੈਂਦੇ, ਭਾਵਨਾ ਉਹੋ ਜਿਹੀ ਹੋਣੀ ਚਾਹੀਦੀ ਸੱਚੀ ਸੁੱਚੀ ਦੀ, ਉਹੋ ਜਿਹਾ ਸ਼ੁੱਧ ਪ੍ਰੇਮ ਹੋਣਾ ਚਾਹੀਦਾ ਜਿਹੋ ਜਿਹਾ ਗੁਰੂ ਰਾਮਦਾਸ ਜੀ ਦੇ ਅੰਦਰ ਹੈ ਜੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਨਾਲ ਪਿਆਰ ਕੀਤਾ, ਵਸਤੂਆਂ ਨਾਲ ਨਹੀਂ ਕੀਤਾ ਜੀ। ਹਾਂਜੀ, ਜੇ ਵਸਤੂਆਂ ਨਾਲ ਪਿਆਰ ਉਹਨਾਂ ਨੇ ਕੀਤਾ ਤਾਈਓ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਹੈ ਜੀ। ਬਸ ਬੰਦਾ ਵਸਤੂਆਂ ਨਾਲ ਪਿਆਰ ਕਰਦਾ ਤੇ ਸਾਧ ਸੰਗਤ ਜੀ ਤਤ ਨਹੀਂ ਪ੍ਰਾਪਤ ਹੁੰਦਾ ਜੀ। ਜ਼ਿੰਦਗੀ ਦਾ ਲਕਸ਼ ਇੱਕ ਹੋਣਾ ਚਾਹੀਦਾ, ਨਿਸ਼ਾਨਾ ਇੱਕ ਹੋਣਾ ਚਾਹੀਦਾ, ਮੈਂ ਪਰਮੇਸ਼ਰ ਤੱਕ ਪਹੁੰਚਣਾ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਜੀ। ਪਰ ਬੰਦਾ ਬਹੁਤਾ ਵਸਤੂਆਂ ਤੇ ਟਿਕ ਜਾਂਦਾ। ਇਹਨੂੰ ਇਹ ਮਤ ਸਮਝਿਓ ਗੁਰੂ ਅਰਜਨ ਸਾਹਿਬ ਜੀ ਦੀ ਤੇ ਬਾਬੇ ਪ੍ਰਿਥੀਏ ਦੀ ਕਥਾ ਹੈ, ਨਹੀਂ ਸਾਧ ਸੰਗਤ ਜੀ, ਇਹ ਲਗਭਗ ਹਰ ਮਨ ਦੀ ਕਥਾ ਹੈਗੀ ਹੈ ਜੀ। ਕਿੰਨੇ ਗੁਰੂ ਸਾਹਿਬ ਨਾਲ ਪਿਆਰ ਕੀਤਾ ਜੀ, ਕਿੰਨੇ ਵਸਤੂਆਂ ਨਾਲ ਕੀਤਾ ਜੀ। ਬਾਬਾ ਪ੍ਰਿਥੀਆ ਜੀ ਕਹਿੰਦੇ ਗੁਰਤਾ ਗੱਦੀ ਤੇ ਸਾਡੇ ਪੁੱਤਰ ਨੇ ਬਹਿਣਾ, ਵਸਤੂਆਂ ਫਿਰ ਸਾਡੀਆਂ ਹੋਣੀਆਂ ਜੀ। ਹਾਂਜੀ, ਕਰਮੋ ਇਹ ਗੱਲ ਸੁਣ ਕੇ ਖੁਸ਼ ਹੋ ਗਈ ਜੀ ਬੀਬੀ, ਵੀ ਚਲੋ ਵਧੀਆ, ਇਹ ਸਾਰਾ ਕੁਝ ਸਾਡੇ ਕੋਲ ਆ ਜਾਏਗਾ ਜੀ। ਹਾਂਜੀ, ਸਭ ਕੁਝ ਸਾਨੂੰ ਮਿਲ ਜਾਏਗਾ। ਬਸ ਅੱਜ ਵੀ ਇਹੋ ਹੀ ਹੋੜ ਲੱਗੀ ਪਈ ਵੀ ਉਹਦਾ ਸਾਰਾ ਕੁਝ ਮੈਨੂੰ ਮਿਲ ਜੇ, ਪਦਾਰਥ ਮਿਲ ਜਾਣ, ਇਸ ਤਰ੍ਹਾਂ ਹੋ ਜੇ, ਇਸ ਤਰ੍ਹਾਂ ਹੋ ਜੇ। ਚੇਤਾ ਰੱਖਿਓ, ਜਿਹਨੇ ਰੱਬ ਨੂੰ ਮੰਗ ਲਿਆ ਉਹਨੇ ਸਭ ਕੁਝ ਹੀ ਮੰਗ ਲਿਆ ਜੀ। ਹਾਂਜੀ, ਪਰਮੇਸ਼ਰ ਦੇ ਪਿੱਛੇ ਪਿੱਛੇ ਹੀ ਹੈ ਸਾਰੇ ਪਦਾਰਥ ਜੀ। ਤੇ ਜਿਹਨੇ ਪਰਮੇਸ਼ਰ ਨੂੰ ਨਹੀਂ ਮੰਗਿਆ, ਵਸਤੂਆਂ ਮੰਗੀਆਂ, ਉਹਨੇ ਕੱਖ ਨਹੀਂ ਮੰਗਿਆ ਜੀ। ਬੀਬੀ ਕਰਮੋ ਜੀ ਖੁਸ਼ ਹੋ ਗਏ ਜੀ। ਬੀਬੀ ਕਰਮੋ ਜੀ ਸਾਧ ਸੰਗਤ ਜੀ, ਉਹ ਤੇ ਹੋ ਗਏ ਖੁਸ਼, ਦੂਜੇ ਦਾ ਬੁਰਾ ਚਿਤਵ ਲਿਆ, ਆਪਣਾ ਆਨੰਦ ਬਣਾ ਲਿਆ ਜੀ।
ਗੁਰੂ ਅਰਜਨ ਸਾਹਿਬ ਜੀ ਦਾ ਬੁਰਾ ਚਿਤਵਿਆ। ਹਾਂਜੀ, ਆਪਣੇ ਮਨ 'ਚ ਆਨੰਦ ਸੋਚ ਲਿਆ। ਗਿਆਨੀ ਸੰਤ ਸਿੰਘ ਮਸਕੀਨ ਜੀ ਇੱਕ ਗੱਲ ਕਹਿੰਦੇ ਸੀਗੇ ਜੀ, ਈਰਾਨ ਦਾ ਸੰਤ ਸ਼ੇਖ ਸ਼ਾਦੀ, ਉਹਨੂੰ ਕਿਸੇ ਨੇ ਪੁੱਛਿਆ ਕਿ ਦੁਨੀਆ ਵਿੱਚ ਸਭ ਤੋਂ ਬਦਕਿਸਮਤ ਇਨਸਾਨ ਕਿਹੜਾ ਹੈਗਾ ਆ? ਗੱਜ ਕੇ ਆਖੋ ਵਾਹਿਗੁਰੂ। ਦੁਨੀਆ ਦੇ ਵਿੱਚ ਸਭ ਤੋਂ ਬਦਕਿਸਮਤ ਇਨਸਾਨ ਕਿਹੜਾ ਹੈ? ਉਹਨੇ ਜਵਾਬ ਦਿੱਤਾ, ਜਿਹਦੇ ਸੁੱਖ ਕਿਸੇ ਦੂਜੇ ਦੇ ਦੁੱਖ ਤੇ ਖਲੋਤੇ ਹੈ, ਉਹ ਬਦਕਿਸਮਤ ਇਨਸਾਨ ਹੀ ਹੈ ਜੀ। ਮੈਂ ਤੇ ਸੁਖੀ ਹਾਂ, ਪਰ ਮੈਂ ਸੁਖੀ ਤਾਂ ਆ ਦੂਜੇ ਨੂੰ ਦੁਖੀ ਕਰਕੇ, ਉਹ ਬਦਕਿਸਮਤ ਹੀ ਹੈਗਾ ਜੀ। ਬੁਰਾ ਚਿਤਵ ਕਰ ਅਪਰ ਕੋ ਆਪਨ ਆਨੰਦ ਠਾਨ, ਪ੍ਰਭ ਵਿਪਰਜੇ ਕਰਤ ਤਿਸ, ਇਹ ਤੋਂ ਬਿਦਤ ਜਹਾਨ। ਕਵੀ ਸੰਤੋਖ ਸਿੰਘ ਕਹਿੰਦੇ, ਸਾਧ ਸੰਗਤ, ਜਿਹੜਾ ਕਿਸੇ ਦਾ ਬੁਰਾ ਕਰਕੇ ਆਪਣਾ ਭਲਾ ਸੋਚਦਾ ਹੈ, ਚੇਤਾ ਰੱਖੋ ਰੱਬ ਉਹਦੇ ਉਲਟ ਕਰ ਦਿੰਦਾ ਹੈ ਜੀ। ਪਰਮੇਸ਼ਰ ਜੀ ਉਹਦੇ ਉਲਟ ਕਰ ਦਿੰਦੇ ਹੈ। ਮਹਾਰਾਜ ਬਾਣੀ 'ਚ ਕਹਿੰਦੇ, ਪੂਰਾ ਨਿਆਂ ਕਰੇ ਕਰਤਾਰ। ਰੱਬ ਦਾ ਨਿਆਂ ਪੂਰਾ ਹੈ, ਇਸ ਕਰਕੇ ਡਰਦੇ ਰਿਹਾ ਕਰੀਏ, ਵਾਹਿਗੁਰੂ ਜੀ ਸਾਡੇ ਨਾਲ ਨਿਆਂ ਨਾ ਕਰਿਓ, ਸਾਡੇ ਤੇ ਤਰਸ ਹੀ ਕਰਿਓ। ਕਿਉਂ? ਜੇ ਨਿਆਂ ਕੀਤਾ ਤਾਂ ਸੋਹਣੇ ਸੋਹਣੇ ਕੱਪੜੇ ਪਾਉਣ ਦੀ ਸਾਡੀ ਨਹੀਂ ਸਮਰੱਥਾ ਹੈਗੀ ਜੀ। ਅਸੀਂ ਕਿਹੜਾ ਇੰਨਾ ਨਾਮ ਜਪਣਾ ਹੈ ਜੀ। ਹਾਂਜੀ, ਸਾਡੇ ਕੋਲ ਕਿਹੜਾ ਨਾਮ ਜਪਿਆ ਜਾਂਦਾ ਜੀ? ਨਾਮ ਬਿਨਾ ਜੋ ਪਹਿਰਾ ਖਾਏ, ਜਿਉਂ ਕੂਕਰ ਜੂਠਨ ਮਹਿ ਪਾਏ। ਖੈਰ ਰਹੋ ਵਿਚਾਰ। ਦਾਸ ਨੇ ਥੋੜਾ ਜਿਹਾ ਲੰਬਾ ਤਾਂ ਲਿਆ ਵੀ ਸਾਰੇ ਪ੍ਰਸੰਗ ਦੀ ਕਥਾ ਨਹੀਂ ਕੀਤੀ। ਉਹਦਾ ਕਾਰਨ ਬਾਬਾ ਪ੍ਰਿਥੀਆ ਜੀ ਬੇਹੱਦ ਬੁਰਾ ਬੋਲੇ ਹੈ ਵੀ ਗੁਰਤਾ ਗੱਦੀ ਸਾਨੂੰ ਮਿਲਣੀ। ਗੁਰੂ ਅਰਜਨ ਸਾਹਿਬ ਬਾਰੇ ਬਹੁਤ ਬੁਰਾ ਬੋਲੇ ਜੀ, ਈਰਖਾ ਵਿੱਚ ਆ ਕੇ ਜੀ। ਹੁਣ ਇਹਦੇ ਤੋਂ ਅੱਗੇ ਆਪ ਦੀ ਕਥਾ ਸਰਵਣ ਕਰੋ। ਮਹਾਰਾਜ ਗੁਰੂ ਅਰਜਨ ਸਾਹਿਬ ਆਪ ਰੱਬ ਨੇ, ਆਪ ਪਰਮੇਸ਼ਰ ਹਨ, ਸਤਿਗੁਰੂ ਜੀ ਆਪ ਮਾਲਕ ਹਨ। ਅੱਗੋਂ ਹੁਣ ਕਥਾ ਸਰਵਣ ਕਰੋ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿੰਨੇ ਬੈਠੇ ਹੋ ਗੱਜ ਕੇ ਆਖੋ ਜੀ, ਸਤਨਾਮ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਦਾਸੀ ਪ੍ਰਿਥੀਏ ਕੀ ਸੁਨਤ, ਦੰਪਤ ਕੇ ਸਭ ਬੈਨ। ਪ੍ਰਿਥੀਏ ਦੀ ਦਾਸੀ, ਜਿਹੜੀ ਬਾਬਾ ਪ੍ਰਿਥੀਆ ਜੀ ਦੇ ਘਰ 'ਚ ਨੌਕਰੀ ਕਰਦੀ ਸੀ ਨਾ ਬੀਬੀ, ਉਹਨੇ ਦੋਵਾਂ ਜੀਆਂ ਦੀ ਗੱਲ ਸੁਣ ਲਈ ਜੀ। ਹਾਂਜੀ। ਮਨ ਪ੍ਰਸੰਨ ਅਤ ਹੀ ਪਈ, ਕਰ ਵਿਚਾਰ ਦਿਨ ਰੈਨ। ਉਹ ਇਹ ਗੱਲ ਸੁਣ ਕੇ ਖੁਸ਼ ਹੋ ਗਈ ਜੀ। ਹਾਂਜੀ, ਉਹ ਦਿਨ ਰਾਤ ਇਸ ਗੱਲ ਦੀ ਵਿਚਾਰ ਕਰਿਆ ਕਰੇ, ਗੁਰੂ ਅਰਜਨ ਦੇਵ ਜੀ ਨੇ ਛੇਤੀ ਪੂਰੇ ਹੋ ਜਾਣਾ, ਪੁੱਤਰ ਹੋਣਾ ਨਹੀਂ ਹੈ, ਤੇ ਗੁਰਤਾ ਗੱਦੀ ਪ੍ਰਿਥੀਏ ਦੇ ਪੁੱਤਰ ਨੂੰ ਮਿਲਣੀ ਹੈ। ਵੇਖ ਲਓ, ਹੈ ਤੇ ਉਹ ਵੀ ਗੁਰੂ ਘਰ ਵਿੱਚ ਦਰਸ਼ਨ ਕਰਦੀ ਹੋਏਗੀ, ਪਰ ਚੇਤਾ ਰੱਖਿਓ, ਜਿਹਦਾ ਬੰਦਾ ਅੰਨ ਖਾਂਦਾ ਹੈ ਨਾ, ਉਹਦੀ ਮੱਤ ਆ ਹੀ ਜਾਂਦੀ ਹੈ ਜੀ। ਜੈਸਾ ਅੰਨ ਵੈਸਾ ਮਨ। ਪ੍ਰਿਥੀਏ ਦੇ ਘਰ ਦਾ ਅੰਨ ਛਕਿਆ ਜੀ ਉਹਨੇ ਜੀ। ਹਾਂਜੀ, ਪ੍ਰਿਥੀਏ ਦੇ ਘਰ ਦਾ ਅੰਨ ਖਾ ਖਾ ਕੇ ਉਹਦੀ ਮੱਤ ਭ੍ਰਿਸ਼ਟ ਹੋ ਗਈ ਜੀ ਬੀਬੀ ਦੀ ਜੀ। ਉਹ ਦੋਵਾਂ ਦੀ ਗੱਲ ਸੁਣ ਕੇ ਖੁਸ਼ ਹੋ ਗਈ ਜੀ। ਹਾਂਜੀ। ਸ਼੍ਰੀ ਗੁਰ ਅਰਜਨ ਕੀ ਹੋਤੀ, ਇੱਕ ਦਾਸੀ ਬੁੱਧਵਾਨ। ਹੁਣ ਦਾਸੀ ਦਾ ਸੰਬੰਧ ਦਾਸੀ ਨਾਲ ਹੈ ਜੀ। ਜਿਹੜੀ ਬੀਬੀ ਇੱਕ ਬੰਨੇ ਨੌਕਰੀ ਕਰ ਰਹੀ ਹੈ, ਉਹਦੀ ਦੂਜੇ ਘਰ ਦੀ ਨੌਕਰਾਣੀ ਨਾਲ ਸੰਬੰਧ ਹੈ ਜੀ, ਸਿੱਧੀ ਗੱਲ ਹੈ। ਦਾਸੀ ਦਾ ਸੰਬੰਧ ਦਾਸੀ ਨਾਲ ਹੈ ਜੀ। ਉਸ ਦਾਸੀ ਦੀ ਸਹੇਲੀ ਲੱਗਦੀ ਸੀ ਉਹ ਦਾਸੀ ਜਿਹੜੀ ਗੁਰੂ ਅਰਜਨ ਸਾਹਿਬ ਦੇ ਘਰ ਸੇਵਾ ਕਰਦੀ ਸੀਗੀ ਜੀ। ਹਾਂਜੀ। ਤਿਹਸੋਂ ਕਹਿਓ ਪ੍ਰਸੰਗ ਸਭ, ਜਿਤਨੋ ਕੀਨ ਬਖਾਨ। ਪ੍ਰਿਥੀਏ ਦੀ ਦਾਸੀ ਨੇ ਸਤਿਗੁਰੂ ਜੀ ਦੀ ਦਾਸੀ ਨੂੰ, ਮਾਤਾ ਗੰਗਾ ਜੀ ਦੀ ਦਾਸੀ ਨੂੰ ਬੜੇ ਚਾਈ ਚਾਈ ਇਹ ਗੱਲ ਦੱਸੀ ਵੀ ਅਸਲ 'ਚ ਇੰਝ ਹੋਣਾ ਹੈ। ਹਾਂਜੀ। ਪ੍ਰਿਥੀਏ ਨਿਜਤੀਏ ਨਿਕਟ ਹੋਏ, ਗੁਰ ਅਰਜਨ ਪਰ ਕੋਪ। ਪ੍ਰਿਥੀਏ ਨੇ ਆਪਣੀ ਇਸਤਰੀ ਨੂੰ ਖੁਸ਼ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਇਹ ਬਚਨ ਕੀਤੇ ਹੈ। ਦਿਓ ਸਰਾਪ ਸੁਤ ਹੋਤ ਨਹਿ, ਇਹ ਰਾਖੋ ਉਰ ਗੋਪ। ਉਹਨੇ ਇਹ ਗੱਲ ਆਖੀ ਹੈ ਬਾਬੇ ਪ੍ਰਿਥੀਏ ਨੇ,
ਵੀ ਗੁਰੂ ਅਰਜਨ ਸਾਹਿਬ ਘਰ ਕਿਹੜੀ ਸੰਤਾਨ ਪੈਦਾ ਹੋਣੀ ਹੈ। ਤੇ ਦਾਸੀ ਉਹਨੂੰ ਪਤਾ ਕੀ ਕਹਿੰਦੀ, ਗੱਲ ਗੁਪਤ ਰੱਖੀ, ਕਿਸੇ ਹੋਰ ਨੂੰ ਨਾ ਦੱਸੀ। ਤੇ ਬੀਬੀਆਂ ਕੋ ਗੱਲ ਗੁਪਤ ਰਹਿ ਸਕਦੀ ਜੀ? ਗੱਜ ਕੇ ਆਖੋ ਤੇ ਗੁੱਸਾ ਨਾ ਕਰੇ, ਪਰ ਗੱਲ ਨਿਕਲ ਹੀ ਜਾਂਦੀ ਜੀ। ਗੱਲ ਦਾ ਤੇ ਗੱਲ ਤਾਂ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ। ਹਾਂਜੀ, ਉਹ ਗੱਲ ਜਿਹੜੀ ਹੈ ਨਾ ਜੀ ਉਹ ਗੁਪਤ ਨਾ ਰਹੀ ਜੀ। ਪਰ ਦਾਸੀ ਕਹਿੰਦੀ ਹੈ ਗੱਲ ਗੁਪਤ ਰੱਖੀ, ਕਿਸੇ ਨੂੰ ਦੱਸੀ ਨਾ। ਹਾਂਜੀ, ਸਕਲ ਪਦਾਰਥ ਹਮਲਾ ਹੈ ਜਬ ਗੁਰ ਮ੍ਰਿਤ ਕੋ ਪਾਏ। ਪ੍ਰਿਥਵੀ ਨੇ ਤੇ ਇੱਥੋਂ ਤੱਕ ਕਿਹਾ ਵੀ ਜਦੋਂ ਗੁਰੂ ਜੀ ਚਾਲਾ ਮਾਰ ਗਏ ਸਾਰੇ ਪਦਾਰਥ ਸਾਨੂੰ ਹੀ ਮਿਲਨੇ। ਹਾਂਜੀ, ਗੁਰਿਆਈ ਕੋ ਲਹੇ ਤਬ ਚਿੰਤਾ ਕਰੋ ਨਾ ਕਾਏ। ਤੇ ਪ੍ਰਿਥਵੀ ਆਪਣੀ ਪਤਨੀ ਨੂੰ ਵੀ ਕਹਿ ਰਿਹਾ ਸੀ ਵੀ ਗੱਲ ਗੁਪਤ ਰੱਖੀ, ਗੱਲ ਗੁਪਤ ਰੱਖੀ ਤੇ ਚਿੰਤਾ ਨਾ ਕਰ, ਸਾਰਾ ਕੁਝ ਸਾਡਾ ਹੀ ਹੈ। ਹਾਂਜੀ, ਹੋਨਹਾਰ ਨਿਸ਼ਚੈ ਇਹੀ ਜਾਨੀ ਜਾਤ ਸੋ ਬਾਤ। ਗੱਜ ਕੇ ਆਖੋ। ਪ੍ਰਿਥਵੀ ਕਹਿੰਦਾ ਵੀ ਮੈਂ ਵੀ ਥੋੜਾ ਬਹੁਤਾ ਅਭਿਆਸ ਕਰਦਾ, ਮੈਨੂੰ ਵੀ ਪਤਾ ਹੈ ਗੁਰੂ ਅਰਜਨ ਦੇਵ ਜੀ ਦੀ ਉਮਰ ਥੋੜੀ ਹੈ। ਹਾਂਜੀ, ਬੀਤੇ ਸੰਮਤ ਬਹੁਤ ਹੀ ਨਹਿ ਜਨਮਿਓ ਗ੍ਰਹਿ ਤਾਤ। ਉਮਰ ਥੋੜੀ ਹੈ, ਅੱਗੋਂ ਇੰਨੇ ਸਾਲ ਹੋ ਗਏ ਆਨੰਦ ਕਾਰਜ ਨੂੰ ਵਿਆਹ ਹੋਇਆ, ਵਾਹਿਗੁਰੂ ਪੁੱਤਰ ਸੰਤਾਨ ਅਜੇ ਪੈਦਾ ਨਹੀਂ ਹੋਈ ਕੋਈ। ਹਾਂਜੀ, ਜਾਂ ਤੇ ਮਾਲਕ ਇਹੀ ਹੈ ਗੁਰਤਾ ਜੁਤ ਘਰ ਬਾਰ। ਇਸ ਕਰਕੇ ਗੁਰਤਾ ਗੱਦੀ ਦਾ ਮਾਲਕ ਸਾਡਾ ਪੁੱਤਰ ਬਣੇਗਾ। ਹਾਂਜੀ, ਨਹਿ ਅਰਪਨ ਕੋ ਪ੍ਰਾਪਤੀ ਦੇਖੋ ਹਿਰਦੈ ਵਿਚਾਰ। ਨਹਿ ਅਪਰਨ ਕੋ ਪ੍ਰਾਪਤੀ, ਦੂਜਿਆਂ ਨੂੰ ਪ੍ਰਾਪਤੀ ਨਹੀਂ ਹੋਏਗੀ। ਇਹ ਗੱਲ ਦਾਸੀ ਕਹਿੰਦੀ ਹੈ ਵੀ ਮੈਂ ਆਪ ਸੁਣੀ ਹੈ। ਹਾਂਜੀ, ਸੋਰਠਾ ਗੁਰਦਾਸੀ ਸੁਨ ਬੈਨ ਨੈਣ ਭਰੇ ਜਲ ਕਹਿਤ ਇਮ। ਹੁਣ ਗੁਰੂ ਸਾਹਿਬ ਜੀ ਦੀ ਦਾਸੀ ਬਾਰੇ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਪ੍ਰਿਥਵੀ ਦੀ ਦਾਸੀ ਨੂੰ ਤੇ ਚਾਅ ਚੜ ਗਏ ਨਾ, ਤੇ ਜਦੋਂ ਗੁਰੂ ਸਾਹਿਬ ਜੀ ਦੀ ਦਾਸੀ, ਗੁਰੂ ਘਰ ਦੀ ਦਾਸੀ ਕਹਿ ਲਈਏ, ਜਿਹੜੀ ਹਰ ਰੋਜ਼ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰਦੀ ਹੈ ਜੀ, ਜਿਹੜੀ ਮਾਤਾ ਜੀ ਦੇ ਦਰਸ਼ਨ ਕਰਦੀ ਹੈ। ਹਾਂਜੀ, ਤੇ ਪੁਰਾਣੇ ਸਮੇਂ ਵਿੱਚ ਵੀ ਹੁਣ ਵੀ ਕਈ ਪਰਿਵਾਰਾਂ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਬੇਬੀਆਂ ਨੇ ਨਾ, ਉਹ ਕੰਮ ਵਾਲੀਆਂ ਹੀ ਨਹੀਂ ਰਹਿ ਜਾਂਦੀਆਂ, ਪਰਿਵਾਰ ਦਾ ਮੈਂਬਰ ਹੀ ਬਣ ਜਾਂਦੀਆਂ ਜੀ ਇੱਕ ਹਿਸਾਬ ਨਾਲ ਜੀ। ਸੁੱਖ ਦੁੱਖ ਸਾਂਝਾ ਹੋ ਜਾਂਦਾ ਜੀ, ਖਾਨਦਾਨ ਚੱਲੇ ਆਉਂਦੇ ਜੀ। ਇਸ ਤਰ੍ਹਾਂ ਉਸ ਦਾਸੀ ਨੂੰ ਬੜਾ ਹੀ ਦੁੱਖ ਹੋਇਆ ਜੀ। ਪ੍ਰਿਥਵੀ ਨੇ ਕਿਹੋ ਜਿਹੀ ਗੱਲ ਕੀਤੀ ਹੈ, ਗੁਰਦਾਸੀ ਸੁਨ ਬੈਨ ਨੈਣ ਭਰੇ ਜਲ ਕਹਿਤ ਇਮ। ਉਹਦੇ ਨੇਤਰਾਂ 'ਚ ਜਲ ਆ ਗਿਆ ਸੁਣ ਕੇ ਜੀ। ਅਜੇ ਉਹ ਦਾਸੀ ਹੈ, ਪਰ ਦਾਸੀ ਦਾ ਵੀ ਇੰਨਾ ਪਿਆਰ ਹੈ। ਹਾਂਜੀ, ਦੇ ਪ੍ਰਭ ਸੁਤ ਗੁਰ ਐਨ ਗੁਰਤਾ ਇਨਕੇ ਹੋਏ ਕਿਮ। ਤੇ ਦੇ ਪ੍ਰਭ ਸੁਤ ਗੁਰ ਐਨ, ਦਾਸੀ ਕਹਿਣ ਲੱਗੀ ਮੈਂ ਰੱਬ ਅੱਗੇ ਅਰਦਾਸ ਕਰਦੀ ਆ, ਰੱਬ ਗੁਰੂ ਅਰਜਨ ਸਾਹਿਬ ਜੀ ਦੇ ਘਰ ਸੋਹਣਾ ਪੁੱਤ ਭੇਜਣ। ਕਹਿਣ ਲੱਗੀ, ਵੇਖੋ ਦਾਸੀ ਜੀ ਕਹਿਣ ਲੱਗੀ ਮੈਂ ਅਰਦਾਸ ਕਰਦੀ ਆ, ਗੁਰਤਾ ਗੱਦੀ ਇਹਨਾਂ ਨੂੰ ਕਿਵੇਂ ਮਿਲੇਗੀ ਜੀ। ਇੱਕ ਦਾਸੀ ਦਾ ਵੇਖੋ ਕਿੰਨਾ ਪ੍ਰੇਮ ਹੈ ਮਹਾਰਾਜ ਨਾਲ ਜੀ, ਗੁਰੂ ਘਰ ਦੇ ਨਾਲ ਜੀ। ਕਿਉਂ ਸਤਿਗੁਰੂ ਤੇ ਉਹੋ ਹੀ ਨੇ, ਸਰੀਰਾਂ ਦਾ ਫਰਕ ਹੈ, ਆਤਮਾ ਤੇ ਉਹੀ ਹੈ ਨਾ ਜੀ ਸਾਰਿਆਂ ਦੀ। ਹਾਂਜੀ, ਅਜਹੋ ਨਾ ਜਰਾ ਆਰੂੜ ਦੰਪਤ ਕੀ ਬੈ ਹੈ ਤਰੁਨ। ਉਹ ਕਿਵੇਂ ਕਹਿੰਦਾ ਵੀ ਮਹਾਰਾਜ ਸਰੀਰ ਤਿਆਗ ਦੇਣਗੇ, ਅਜੇ ਤੇ ਸਾਡੇ ਸੱਚੇ ਪਾਤਸ਼ਾਹ ਮਹਾਰਾਜ ਭਰ ਜਵਾਨੀ ਵਿੱਚ ਹਨ। ਹਾਂਜੀ, ਮਤਸਰ ਅਗਨੀ ਗੂੜ ਜਰਤ ਮਰਤ ਕਹਿ ਦੁਰਬਚਨ। ਤੇ ਉਸ ਦਾਸੀ ਨੇ ਬੈਰਾਗ ਕਰਦਿਆਂ ਆਖਿਆ, ਕਹਿੰਦੀ ਤੇਰਾ ਮਾਲਕ, ਤੇਰੀ ਮਾਲਕਣ ਕਰਮੋ, ਉਹ ਤੇ ਉਹਦਾ ਪਤੀ ਬਾਬਾ ਪ੍ਰਿਥੀਆ ਸਾਡੇ ਗੁਰੂ ਜੀ ਨਾਲ ਈਰਖਾ ਕਰਦੇ ਆ, ਤਾਂ ਇਹੋ ਜਿਹੇ ਪੁੱਠੀਆਂ ਗੱਲਾਂ ਕਰਦੇ ਆ। ਹਾਂਜੀ, ਬਸ ਹੈ ਗੁਰੂ ਕੋ ਧਾਮ ਇਹ ਉਜਰੇ ਜਗ ਫਿਰਹਿੰਗੇ। ਵਾਹਿਗੁਰੂ ਗੱਜ ਕੇ ਆਖੋ। ਦਾਸੀ ਨਾਲੇ ਤੇ ਬੈਰਾਗ ਕਰ ਰਹੀ ਹੈ ਜੀ, ਰੋ ਰਹੀ ਹੈ ਜੀ। ਤੇ ਨਾਲੇ ਉਹਨੇ ਉਸ ਦਾਸੀ ਨੂੰ ਕਿਹਾ, ਕਹਿੰਦੀ ਤੂੰ ਵੀ ਇੱਥੇ ਮੈਂ ਵੀ ਇੱਥੇ, ਤੂੰ ਵੇਖੀ ਗੁਰੂ ਦਾ ਘਰ ਤੇ ਵਸੇਗਾ, ਇਹ ਘਰ ਉੱਜੜ ਜਾਣਾ ਹੀ। ਕਹਿਣ ਲੱਗੀ ਇਹ ਘਰ ਉੱਜੜ ਜਾਣਾ ਹੀ। ਚੇਤਾ ਰੱਖਿਓ, ਹਰ ਪਿਆਰ ਵਾਲੇ ਦੀ ਰੱਬ ਦੇ ਘਰ ਪਹੁੰਚ ਹੁੰਦੀ ਹੈ ਜੀ।
ਹਾਂਜੀ। ਸੁਤ ਜਨਮੈ ਅਭਿਰਾਮ ਜਿਸ ਹੇਰਤ ਰਿਪ ਡਰਹਿੰਗੇ। ਵੇਖ ਲਓ ਅਜੇ ਕੋਈ ਗੱਲ ਨਹੀਂ ਹੋਈ ਜੀ ਤੇ ਰੱਬ ਨੇ ਦਾਸੀ ਦੇ ਮੂੰਹੋਂ ਹੀ ਕਢਾਤਾ ਪਹਿਲਾਂ ਜੀ। ਕਹਿਣ ਲੱਗੀ ਇਹ ਕਹਿੰਦੇ ਪੁੱਤਰ ਨਹੀਂ ਹੋਣਾ, ਜਿਹੜਾ ਪੁੱਤਰ ਗੁਰੂ ਅਰਜਨ ਸਾਹਿਬ ਜੀ ਦੇ ਘਰ ਹੋਏਗਾ ਦੁਨੀਆ ਵੇਖੇਗੀ ਉਹਨੂੰ। ਕਹਿਣ ਲੱਗੀ ਵੈਰੀ ਵੇਖ ਕੇ ਡਰ ਜਾਇਆ ਕਰਨਗੇ, ਇਹੋ ਜਿਹਾ ਪੁੱਤਰ ਪੈਦਾ ਹੋਏਗਾ ਉਹਨਾਂ ਦੇ ਘਰ। ਹਾਂਜੀ। ਮਿਲ ਦਾਸੀ ਇਮ ਦੋਏ ਨਿਜ ਨਿਜ ਪੱਖ ਕੀ ਬਾਤ ਕਰ। ਪ੍ਰਿਥੀ ਦੀ ਦਾਸੀ ਹੋਣਾ ਉਹ ਗੱਲ ਕਰਤੀ, ਤੇ ਜਿਸ ਦਾਸੀ ਦੇ ਗੁਰੂ ਅਰਜਨ ਸਾਹਿਬ ਜੀ ਦੇ ਰੋਜ਼ ਦਰਸ਼ਨ ਕਰਨੇ, ਮਹਾਰਾਜ ਦੇ ਘਰ ਦੀ ਸੇਵਾ ਕਰਨੀ, ਉਹਨੇ ਆਪਣਾ ਪੱਖ ਰੱਖ ਦਿੱਤਾ ਜੀ। ਹਾਂਜੀ। ਆਪਣੇ ਮੰਦਰ ਸੋਏ ਗਮਨੀ ਚਿੰਤਾ ਹਿਰਦੈ ਧਰ। ਤੇ ਸਾਧ ਸੰਗਤ ਜੀ ਆਪਣੇ ਮੰਦਰ ਸੋਏ ਗਮਨੀ ਚਿੰਤਾ ਹਿਰਦੈ ਧਰ। ਦਾਸੀ ਆਪਣੇ ਘਰ ਚਲੇ ਗਈ ਜੀ, ਲੰਮੇ ਪੈ ਗਈ, ਪਰ ਉਹਨੂੰ ਦੂਜੀ ਦਾਸੀ ਦੀਆਂ ਗੱਲਾਂ ਚੁਭਣ ਜੀ, ਵੀ ਇਹਨੇ ਇਹ ਕਿਉਂ ਆਖਿਆ ਵੀ ਉਹਨਾਂ ਘਰ ਪੁੱਤਰ ਨਹੀਂ ਹੋਣਾ। ਹਾਂਜੀ। ਉਹਦਾ ਮਤਲਬ ਵੇਖੋ ਕਿੰਨਾ ਪਿਆਰ ਹੋਏਗਾ ਜੀ ਉਹਦਾ ਜੀ ਮਾਤਾ ਗੰਗਾ ਜੀ ਦੇ ਨਾਲ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੀ। ਹਾਂਜੀ। ਗੁਰ ਅਰਜਨ ਕੇ ਧਾਮ ਆਨ ਸੁਨਾਈ ਤਰਕ ਜੁਤ। ਹੁਣ ਉਹਦਾ ਇੱਕ ਬੰਨੇ ਜੀ ਕਰੇ ਵੀ ਮੈਂ ਇਹ ਗੱਲ ਨਾ ਦੱਸਾਂ, ਦੂਜੇ ਬੰਨੇ ਕਹਿੰਦੀ ਜੇ ਮੈਂ ਦੱਸਾਂ ਨਾ ਤੇ ਗੱਲ ਮਹਾਰਾਜ ਨੂੰ ਕਿਵੇਂ ਪਤਾ ਲੱਗੂ। ਗੱਜ ਕੇ ਆਖੋ ਵਾਹਿਗੁਰੂ। ਅਜੇ ਕਿ ਮਹਾਰਾਜ ਨੂੰ ਸਭ ਕੁਝ ਪਤਾ ਹੈ ਜੀ, ਪਰ ਫਿਰ ਵੀ ਉਹਨੇ ਆਪਣਾ ਫਰਜ਼ ਸਮਝਿਆ। ਅਗਲੇ ਦਿਨ ਹੀ ਉਹ ਆਈ, ਉਹਨੇ ਮਾਤਾ ਗੰਗਾ ਜੀ ਨੂੰ ਸਾਰੀ ਗੱਲ ਦੱਸੀ ਜੀ। ਹਾਂਜੀ। ਇਮ ਪ੍ਰਿਥੀਏ ਕੀ ਬਾਮ ਬੁਰਾ ਚਿਤ ਹੈ ਕਿਮ ਹਵੈ ਨਾ ਸੁਤ। ਉਹਨੇ ਫਿਰ ਦੱਸਿਆ ਮਾਤਾ ਜੀ ਮੈਨੂੰ ਮਾਫ ਕਰ ਦਿਓ, ਮੈਂ ਗੱਲ ਕਰਨ ਲੱਗੀ ਐ, ਪਰ ਕਰਨੀ ਵੀ ਜ਼ਰੂਰੀ ਹੈ। ਮਾਤਾ ਗੰਗਾ ਜੀ ਬੈਠੇ ਸੇਵਾ ਸਿਮਰਨ ਵਾਲੇ ਸਨ ਮਾਤਾ ਗੰਗਾ ਜੀ। ਹਾਂਜੀ। ਤੇ ਮਾਤਾ ਗੰਗਾ ਜੀ ਜਪਜੀ ਸਾਹਿਬ ਦੇ ਪਾਠ ਕਰਦੇ ਹੀ ਰਹਿੰਦੇ ਸੀਗੇ ਸਾਧ ਸੰਗਤ ਜੀ। ਮਾਤਾ ਗੰਗਾ ਜੀ ਜਪਜੀ ਸਾਹਿਬ ਦੇ ਪਾਠ ਦੇ ਬਹੁਤ ਵੱਡੇ ਅਭਿਆਸੀ ਸਨ ਜੀ। ਮਾਤਾ ਜੀ ਕਹਿੰਦੇ ਦੱਸ ਕੀ ਗੱਲ ਹੈ, ਤੇ ਫਿਰ ਦੱਸਿਆ ਜੀ ਤੁਹਾਡੀ ਜੇਠਾਣੀ ਬੀਬੀ ਕਰਮੋ ਇਹ ਕਹਿ ਰਹੀ ਵੀ ਤੁਹਾਡੇ ਘਰ ਕਦੀ ਧੀ ਪੁੱਤ ਨਹੀਂ ਹੋਣਾ ਕੋਈ ਵੀ। ਹਾਂਜੀ। ਸਗਰੋ ਸੁਨਿਓ ਪ੍ਰਸੰਗ ਤਿਨ ਕੀ ਦਾਸੀ ਨੇ ਭਨਿਓ। ਭਰੀ ਹਰਖ ਕੇ ਸੰਗ ਮੈਂ ਦੁਖ ਪਾਵਤ ਸਿਰ ਧੁਨਿਓ। ਮੈਨੂੰ ਇਹ ਗੱਲਾਂ ਬਾਬੇ ਪ੍ਰਿਥੀਏ ਦੇ ਘਰ 'ਚ ਕੰਮ ਕਰਨ ਵਾਲੀ ਦਾਸੀ ਨੇ ਦੱਸੀਆਂ, ਉਹਨੇ ਆਪਣੇ ਕੰਨਾਂ ਨਾਲ ਸੁਣੀਆਂ, ਤੇ ਉਹ ਤੇ ਚਾਅ ਨਾਲ ਦੱਸਣ ਦਈ ਸੀ, ਪਰ ਮਾਤਾ ਜੀ ਮੈਂ ਬਹੁਤ ਦੁਖੀ ਹੋਈ ਗੱਲ ਸੁਣ ਕੇ। ਕਬਿਤ ਸੁਨਿਓ ਸ਼ਰੋਕ ਗੰਗ ਤਾਲ ਕਾਲ ਚਿਤ ਭਈ ਭੰਗ ਲੇਤ ਸਵਾਸ ਦੁਖ ਸੰਗ ਲੋਚਨ ਕੇ ਸੋਚਤੀ। ਤੇ ਬਸ ਫਿਰ ਕੀ ਸੀਗਾ ਸੰਗਤ ਜੀ, ਇਹੋ ਜੀਆਂ ਗੱਲਾਂ ਜਿਵੇਂ ਮਰਜ਼ੀ ਬੰਦੇ ਦੇ ਮਨ ਤੇ ਅਸਰ ਪਾ ਦਿੰਦੀਆਂ ਜੀ। ਕੋਈ ਮਿਹਣਾ ਮਾਰੇ ਨਾ ਜੀ ਤੇ ਉਹਨੂੰ ਬਰਦਾਸ਼ਤ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਬੰਦੇ ਵਾਸਤੇ ਜੀ। ਹਾਂ, ਜਿਹਦੀ ਅਵਸਥਾ ਪੂਰਨ ਬ੍ਰਹਮ ਗਿਆਨ 'ਚ ਟਿਕੀ ਹੈ ਨਾ ਜੀ, ਉਹਦੇ ਵਾਸਤੇ ਨਹੀਂ ਔਖਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਗੰਗਾ ਜੀ ਦਾ ਸੁਣਦਿਆਂ ਸਾਰੀ ਮਨ ਟੁੱਟ ਗਿਆ ਜੀ। ਹਾਂਜੀ। ਸੁਨਿਆ ਸ਼ਰੋਨ ਗੰਗ ਤਤ ਕਾਲ ਚਿਤ ਭਈ ਭੰਗ। ਉਸੇ ਵੇਲੇ ਹੀ ਮਨ ਭੰਗ ਹੋ ਗਿਆ ਜੀ। ਹਾਂਜੀ। ਲੇਤ ਸਵਾਸ ਦੁੱਖ ਸੰਗ ਲੋਚਨ ਕੋ ਸੋਚਤੀ। ਹਾਂਜੀ। ਉਸੇ ਵੇਲੇ ਸੋਚਾਂ ਸੋਚਣ ਲੱਗ ਪਏ ਮਾਤਾ ਜੀ ਵੀ ਇਹ ਕੀ ਗੱਲ ਕਰ ਦਿੱਤੀ ਜੀ। ਨੰਦ ਤੇ ਬਿਲੰਦ ਹੀ ਆਨੰਦ ਹੋਤ ਬ੍ਰਿੰਦ ਬੀਚ ਨੰਦਹੀਨ ਮੈਂ ਹੋ ਕਹਿ ਆਸਵਨ ਕੋ ਮੋਚਤੀ। ਤੇ ਮਾਤਾ ਜੀ ਸੋਚਣ ਲੱਗੇ ਵੀ ਮੈਂ ਪੁੱਤਰ ਹੀ ਨਹੀਂ ਆ, ਸੰਤਾਨ ਨਾਲ ਸੁੱਖ ਹੈ, ਲੋਕੀ ਹੁਣ ਗੱਲਾਂ ਕਰਨ ਦੇ। ਹਾਂਜੀ। ਹਮਰੇ ਸ਼ਰੀਕ ਨਿਤ ਮਿੱਤਰ ਕੀ ਉਡੀਕ ਕਰੈ। ਇਸ ਹਿਸਾਬ ਨਾਲ ਤੇ ਸਾਡੇ ਸ਼ਰੀਕ ਗੁਰੂ ਅਰਜਨ ਸਾਹਿਬ ਜੀ ਦਾ ਅੰਤਮ ਸਮੇਂ ਦੀ ਉਡੀਕ ਕਰਨ ਦੇ ਹੈ। ਹਾਂਜੀ। ਤਾਂ ਕੀਤੀ ਹੈ ਸਗਰੀ ਪਦਾਰਥ ਕੋ ਲੋਚਤੀ। ਕਿਉਂ? ਉਹ ਸਾਰਾ ਕੁਝ ਸਾਡਾ ਹਥਿਆਣਾ ਚਾਹੁੰਦੇ ਆ ਜੀ। ਇਹ ਗੱਲਾਂ ਆਦਿ ਕਾਲ ਤੋਂ ਹੀ ਸਾਧ ਸੰਗਤ ਜੀ ਚੱਲੀਆਂ ਆ ਰਹੀਆਂ ਨੇ ਜੀ। ਮਾਤਾ ਜੀ ਬੈਠੇ ਸੋਚਣ ਦੇ, ਮਾਤਾ ਜੀ ਦਾ ਮਨ ਬਹੁਤ ਭੰਗ ਹੋਇਆ ਜੀ। ਹਾਂਜੀ। ਐਸੇ ਮਨ ਗਿਣਤੀ ਗਿਣਤ ਬੀਤੇ ਨਿਸ ਦਿਨ। ਹੁਣ ਮਾਤਾ ਜੀ ਕਿਸੇ ਨੂੰ ਦੱਸ ਵੀ ਨਹੀਂ ਰਹੇ ਜੀ, ਤੇ ਦਿਨ ਰਾਤ ਇਹੋ ਹੀ ਗੱਲਾਂ ਸੋਚੀ ਜਾਂਦੇ ਵੀ ਇਹ ਤੇ ਗੁਰੂ ਸਾਹਿਬ ਦਾ ਵੀ ਬੁਰਾ ਚਿੱਤ ਵੀ ਜਾਂਦੇ ਹੈ। ਹਾਂਜੀ।
ਜੇ ਕੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਇਹ ਤੇ ਗੁਰੂ ਸਾਹਿਬ ਦਾ ਵੀ ਮਾੜਾ ਸੋਚੀ ਜਾਂਦੇ। ਹਾਂਜੀ, ਨੀਕੋ ਖਾਨ ਪਾਨ ਚੀਰ ਭੂਖਤ ਨਾ ਲੋਚਤੀ। ਤੇ ਨੀਕੋ ਖਾਨ ਪਾਨ ਚੀਰ ਭੂਖਨ ਨਾ ਰੋਚਤੀ। ਨਾ ਮਾਤਾ ਜੀ ਦਾ ਉਹ ਗੱਲ ਸੁਣ ਕੇ ਕੁਝ ਖਾਣ ਨੂੰ ਹੀ ਜੀ ਕਰੇ ਤੇ ਨਾ ਪੀਣ ਨੂੰ ਹੀ ਜੀ ਕਰੇ ਜੀ। ਜਦੋਂ ਬੰਦੇ ਦੇ ਮਨ 'ਚ ਸੋਚ ਆ ਜਾਏ ਨਾ ਜੀ ਕੋਈ ਜੀ, ਸੰਗਤ ਜੀ ਉਹ ਟਿਕਣ ਨਹੀਂ ਦਿੰਦੀ ਜੀ। ਗੱਜ ਕੇ ਆਖੋ। ਪਰ ਇਹ ਸਾਰਾ ਕੁਝ ਜੋ ਹੋ ਰਿਹਾ ਭਲੇ ਲਈ ਹੋ ਰਿਹਾ ਜੀ, ਕਿਉਂ? ਛੇਵੇਂ ਪਾਤਸ਼ਾਹ ਨੇ ਜੋ ਆਉਣਾ ਹੈ ਜੀ। ਹਾਂਜੀ, ਸਮੈ ਪਾਏ ਸਤਿਗੁਰੂ ਆਏ ਨਿਜ ਮੰਦਰ ਮੈਂ, ਸੁੰਦਰ ਪ੍ਰਿਅੰਕ ਪੈ ਬਿਰਾਜੈ ਮਨ ਸ਼ਾਂਤ ਹੈ। ਸਮਾਂ ਪਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਦੋਂ ਆਏ ਘਰ ਵਿੱਚ, ਤੇ ਗੁਰੂ ਕੇ ਮਹਿਲਾਂ 'ਚ ਆਏ ਤੇ ਮਾਤਾ ਗੰਗਾ ਜੀ ਨੇ ਪਲੰਘਾ ਡਾਇਆ ਜੀ, ਉੱਤੇ ਤਲਾਈ ਵਿਛਾਈ। ਗੁਰੂ ਅਰਜਨ ਸਾਹਿਬ ਪਲੰਘੇ ਤੇ ਬੈਠ ਗਏ। ਮਹਾਰਾਜ ਦਾ ਮਨ ਬਿਲਕੁਲ ਸ਼ਾਂਤ ਹੈ ਜੀ। ਆਪ ਪ੍ਰਤੱਖ ਰੱਬ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਸ਼ਾਂਤੀ ਮਿਲਦੀ ਹੈ, ਮਹਾਰਾਜ ਬਿਲਕੁਲ ਸ਼ਾਂਤ ਚਿੱਤ ਨੇ। ਹਾਂਜੀ, ਗੰਗਾ ਉੱਠੀ ਹੇਰ ਕਰ ਹੱਥ ਜੋੜ ਨੇਰ ਕਰ। ਤੇ ਮਾਤਾ ਗੰਗਾ ਜੀ ਨਾ ਜੀ ਉੱਠ ਕੇ ਹੱਥ ਜੋੜ ਕੇ ਤੇ ਲਾਗੇ ਖਲੋ ਗਏ ਮਹਾਰਾਜ ਦੇ ਜੀ। ਰਾਤ ਦਾ ਸਮਾਂ ਦੀਵਾ ਬਲ ਰਿਹਾ, ਮਾਤਾ ਜੀ ਲਾਗੇ ਖਲੋ ਗਏ ਜੀ। ਹਾਂਜੀ, ਖਰੀ ਹੋਏ ਬਿਨਤੀ ਸੁਨਾਈ ਹਿਤ ਤਾਤ ਹੈ। ਤੇ ਫਿਰ ਖਲੋ ਕੇ ਬੇਨਤੀਆਂ ਕਰਨ ਲੱਗੇ ਮਾਤਾ ਜੀ। ਹਾਂਜੀ, ਕਰਬੋ ਗ੍ਰਹਿਸਥ ਸੁਠ ਸਦਨ ਸਮਾਨ ਜਾਨੋ। ਹਾਂਜੀ, ਉਪਜੈ ਸਪੂਤ ਇਹ ਦੀਪਕ ਕੀ ਭਾਂਤ ਹੈ। ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਹੈ, ਮਹਾਰਾਜ ਗ੍ਰਸਤਰੀਆਂ ਦੇ ਘਰ ਵਿੱਚ ਸੰਤਾਨ ਦੀਵੇ ਦੀ ਨਿਆਈ ਹੁੰਦੀ ਹੈ, ਚਾਨਣ ਰਹਿੰਦਾ ਹੈ। ਹਾਂਜੀ, ਨਾਹੀਂ ਤਾਂ ਅੰਧੇਰ ਹੋਤ ਦੁੱਖ ਕੋ ਉਧੋਤ ਨਿਤ। ਨਹੀਂ ਤੇ ਹਨੇਰਾ ਹੀ ਹੈ, ਕੀ ਸੁੱਖ ਹੈ। ਹਾਂਜੀ, ਲੋਕ ਪਰ ਲੋਕ ਮੈਂ ਨਾ ਸ਼ੋਭਾ ਉਪਜਾਤ ਹੈ। ਕੋਈ ਸ਼ੋਭਾ ਵਾਲੀ ਗੱਲ ਥੋੜੀ ਹੈਗੀ ਹੈ। ਹਾਂਜੀ, ਆਪ ਸਰਬੱਗ ਕਿਆ ਮੈਂ ਕਹੂੰ ਅਲਪਗਿਆ ਮਨ। ਮਹਾਰਾਜ ਕਹਿਣ ਲੱਗੇ ਗੰਗਾ ਜੀ ਸਿੱਧੀ ਸਿੱਧੀ ਗੱਲ ਦੱਸੋ। ਤੇ ਮਾਤਾ ਗੰਗਾ ਜੀ ਬੈਰਾਗ ਕਰਨ ਲੱਗ ਪਏ ਜੀ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਤੁਸੀਂ ਸਮਰੱਥ ਹੋ ਮਹਾਰਾਜ, ਮੈਂ ਤੁਹਾਨੂੰ ਕੀ ਦੱਸ ਸਕਦੀ ਹਾਂ। ਤਾਊ ਨਿਜ ਦੁੱਖ ਕੋ ਸੁਨਾਵੋ ਮਹਾਦੀਨ ਹੋਏ। ਫਿਰ ਵੀ ਮੈਂ ਤੁਹਾਡੇ ਹੁਕਮ ਅਨੁਸਾਰ ਬਹੁਤ ਨਿਮਰਤਾ ਵਿੱਚ ਆ ਕੇ ਦੁੱਖ ਦੱਸਣ ਲੱਗੀ ਤੁਹਾਨੂੰ। ਹਾਂਜੀ, ਰਾਵਰੇ ਸਹੋਦਰ ਨੇ ਆਪਣੀ ਕਿਸ਼ੋਦਰੀ ਸੋ ਭਨਿਓ ਜਿਮ। ਰਾਵਰ ਸਹੋਦਰ ਨੇ ਆਪਣੀ ਕਿਸ਼ੋਦਰੀ ਸੋ ਭਨਿਓ ਜਿਮ। ਆਪ ਜੀ ਦੇ ਭਰਾ ਨੇ ਜਿਵੇਂ ਆਪਣੀ ਪਤਨੀ ਨੂੰ ਆਖਿਆ ਉਵੇਂ ਦੱਸਣ ਲੱਗੀਆਂ। ਸੁਨਿਓ ਤਿਮ ਦਾਸੀ ਸੁਨ ਆਈ ਸੋ ਆਈ ਸੋਏ। ਉਹ ਦਾਸੀ ਨੇ ਗੱਲ ਸੁਣੀ, ਉਹਨਾਂ ਸਾਡੀ ਦਾਸੀ ਨੂੰ ਦੱਸਿਆ, ਸਾਡੀ ਦਾਸੀ ਨੇ ਸਾਨੂੰ ਦੱਸਿਆ। ਹਾਂਜੀ, ਪੁੱਤਰ ਹੈ ਨਾ ਤਿਨ ਘਰ ਪੀਛੇ ਹਮ ਬਨੇ ਗੁਰ। ਸਗਲੇ ਪਦਾਰਖ ਕੋ ਲੇਤ ਰਮਣੀਕ ਜੋਏ। ਮਹਾਰਾਜ ਉਹਨਾਂ ਮਿਹਣਾ ਦਿੱਤਾ ਵੀ ਇਹਨਾਂ ਘਰ ਧੀ ਪੁੱਤ ਨਹੀਂ ਹੋਣਾ, ਗੁਰਤਾ ਗੱਦੀ ਦੇ ਮਾਲਕ ਅਸੀਂ ਬਣਨਾ, ਸਾਰੀਆਂ ਚੀਜ਼ਾਂ ਦੇ ਮਾਲਕ ਅਸੀਂ ਆ। ਮਹਾਰਾਜ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਹਾਂਜੀ, ਸ਼ੋਕ ਮੁਝ ਹੋਤ ਹੈ ਤਨੂਜ ਨਾ ਅਦੋਤ ਹੈ। ਸਬਨ ਸਿਰ ਮੌਤ ਹੈ ਸਥਿਰ ਜਗ ਨਾਹੀਂ ਕੋਏ। ਸੱਚੇ ਪਾਤਸ਼ਾਹ ਉਹ ਤੇ ਇੱਥੋਂ ਤੱਕ ਕਹਿੰਦੇ ਆ ਵੀ ਮੌਤ ਸਭ ਦੀ ਹੋਣੀ ਹੈ, ਉਹਨਾਂ ਸਮੇਂ ਨਾਲ ਮੁੱਕ ਜਾਣਾ, ਅਸੀਂ ਬਣਨਾ। ਮਹਾਰਾਜ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ। ਹਾਂਜੀ, ਸ਼ੋਕ ਮੁਝ ਹੋਤ ਹੈ ਤਨੂਜ ਨਾ ਉਦੋਤ ਹੈ। ਜਿੰਨਾ ਚਿਰ ਤੱਕ ਮਹਾਰਾਜ ਹੁਣ ਮੇਰੇ ਘਰ ਸੋਭਾ ਵਾਲਾ ਪੁੱਤਰ ਨਹੀਂ ਨਾ ਆਉਂਦਾ, ਮੇਰੇ ਮਨ ਨੂੰ ਸ਼ੋਕ ਹੀ ਰਹਿਣਾ ਮਹਾਰਾਜ। ਹਾਂਜੀ, ਸਿੱਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ। ਵਿਤ ਸੁਤ ਆਦਿਕ ਸਕਲ ਸੁਖ ਦਾਏ ਕੋ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਸਿੱਖਾਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਤੁਸੀਂ ਦੁਨੀਆ ਨੂੰ ਦਾਤਾਂ ਦੇਣ ਵਾਲੇ, ਮਹਾਰਾਜ ਆਪਣੇ ਘਰ ਵੀ ਮਿਹਰ ਕਰੋ, ਬਖਸ਼ਿਸ਼ ਕਰੋ, ਮੈਨੂੰ ਵੀ ਬਚਨ ਕਰੋ ਪੁੱਤਰ ਹੋਣ ਦਾ। ਹਾਂਜੀ, ਸਤਿਗੁਰ ਹੇਰੀ ਕਿਰਪਾ ਠਾਨ ਕੈ ਕਨੇਰੀ ਤਬ। ਮਹਾਰਾਜ ਨੇ ਵੇਖਿਆ ਗੰਗਾ ਜੀ ਬਹੁਤ ਬੈਰਾਗ ਵਿੱਚ ਨੇ, ਗੱਲ ਨਹੀਂ ਸਹਿਣ ਹੁੰਦੀ ਜੀ। ਹੁਣ ਹਰ ਇੱਕ ਦੀ ਅਵਸਥਾ ਬ੍ਰਹਮ ਗਿਆਨ ਵਾਲੀ ਥੋੜੀ ਹੈਗੀ ਜੀ। ਹਾਂਜੀ, ਮਹਾਰਾਜ ਉੱਤੇ ਨਹੀਂ ਅਸਰ ਹੋਇਆ ਇਸ ਗੱਲ ਦਾ ਜੀ। ਸ੍ਰੀ ਗੁਰੂ ਅਰਜਨ ਸਾਹਿਬ ਉੱਤੇ ਕੋਈ ਅਸਰ ਨਹੀਂ ਹੈ। ਪਰ ਜਦੋਂ ਮਹਾਰਾਜ ਨੇ ਦੇਖਿਆ ਕਿ ਮਾਤਾ ਗੰਗਾ ਜੀ ਬਹੁਤੇ ਹੀ ਬੈਰਾਗ ਚ ਆ ਗਏ ਹੈ,
ਲਾਲਸ ਬਡੇਰੀ ਜੋ ਪੈ ਕੀਨੀ ਸੁਤ ਲੇਨ ਕੀ। ਤੇ ਗੁਰੂ ਸਾਹਿਬ ਨੇ ਫਿਰ ਮਿਹਰ ਦੀ ਦ੍ਰਿਸ਼ਟੀ ਕੀਤੀ ਜੀ, ਵੀ ਇਹਨਾਂ ਦੇ ਅੰਦਰ ਲਾਲਸਾ ਪੈਦਾ ਹੋ ਗਈ ਹੈ। ਹਾਂਜੀ। ਰਾਖਾ ਰਹਿ ਘਾਸ ਕੋ ਨਾ ਗਮਨੈ ਆਵਾਸ ਕੋ, ਹਾਂਜੀ। ਦਰਸ ਕਰ ਤਾਸ ਕੋ ਸ਼ਕਤ ਬਰ ਦੇਨ ਕੀ। ਗੱਜ ਕੇ ਆਖੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦੇ ਚ ਕੀ ਹੈ, ਜੇ ਅਜੇ ਤੱਕ ਪੁੱਤਰ ਨਹੀਂ ਹੋਇਆ, ਜਾਓ ਜੋ ਗੁਰੂ ਘਰ ਦੇ ਘਾਹ ਦੀ ਰਾਖੀ ਕਰਦੇ ਹੈ, ਨੀਵਾਂ ਮਨ ਹੋ ਕੇ ਰਾਖੀ ਕਰਦੇ ਹੈ, ਉਹਨਾਂ ਦੇ ਦਰਸ਼ਨ ਕਰੋ, ਉਹ ਕਿਰਪਾ ਕਰਨਗੇ। ਮਾਤਾ ਗੰਗਾ ਜੀ ਨੇ ਪੁੱਛਿਆ ਮਹਾਰਾਜ ਉਹ ਕੌਣ? ਹਾਂਜੀ। ਸਾਹਿਬ ਸੋ ਬੁੱਢਾ ਨਾਮ ਮਹਾਗੁਣ ਬ੍ਰਿੰਦ ਧਾਮ। ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਮਹਾਰਾਜ ਪਲੰਗੇ ਤੇ ਬੈਠੇ, ਮਾਤਾ ਜੀ ਹੱਥ ਜੋੜ ਕੇ ਖਲੋਤੇ ਨੇ ਜੀ। ਸ੍ਰੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਉਹਨਾਂ ਦਾ ਨਾਮ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜਿਹੜੇ ਗੁਣਾਂ ਦੇ ਘਰ ਨੇ, ਉਹਨਾਂ 'ਚ ਇੰਨੀ ਤਾਕਤ ਹੈਗੀ ਆ, ਤੁਸੀਂ ਸਾਡੇ ਕੋ ਕੀ ਕਰਨ ਆਏ ਆ? ਉਹਨਾਂ ਕੋ ਅਰਦਾਸ ਕਰਾਓ ਜਾ ਕੇ। ਹਾਂਜੀ। ਗਿਆਨ ਅਭਿਰਾਮ ਸ਼ੇਰ ਮੋਹ ਸਮ ਏਨ ਕੀ। ਮਹਾਨ ਗੁਣਾਂ ਦੇ ਘਰ ਨੇ, ਉਹ ਮੋਹ ਵੀ ਕੱਟ ਦਿੰਦੇ ਆ। ਬ੍ਰਹਮ ਗਿਆਨ ਦੀ ਅਵਸਥਾ 'ਚ ਨੇ ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਕੀਜੀਏ ਪ੍ਰਸੰਨ ਬਰ ਲੀਜੀਏ ਸੋ ਧਨ ਬਨ। ਜਾਓ ਫਿਰ ਗੰਗਾ ਜੀ, ਜੇ ਸ੍ਰੇਸ਼ਟ ਪੁੱਤਰ ਦਾ ਵਰ ਲੈਣਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸੰਨ ਕਰ ਦਿਓ। ਕਹਿਣ ਲੱਗੇ ਬਾਬਾ ਜੀ ਪ੍ਰਸੰਨ ਹੋਣਗੇ, ਵਰ ਦੇਣਗੇ, ਧੰਨ ਧੰਨ ਹੋ ਜਾਏਗੀ ਤੁਹਾਡੀ। ਕਹਿਣ ਲੱਗੇ ਧੰਤਾ ਜੋਗ ਹੋ ਜਾਓਗੇ ਤੁਸੀਂ। ਹਾਂਜੀ। ਬਿਨਤੀ ਪਨੀਜੀਏ ਵਡਾਈ ਤਜ ਬੈਨ ਕੀ। ਬੜੀ ਨਿਮਰਤਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਵੱਡਿਆਂ ਜਾਣ ਕੇ ਉਹਨਾਂ ਨੂੰ ਬੇਨਤੀ ਕਰੋ ਜਾ ਕੇ। ਹਾਂਜੀ। ਸਭ ਹੀ ਗੁਰੂ ਕੇ ਪਾਏ ਸੇਵਤ ਬਿਤਾਏ ਬੈ। ਕਹਿਣ ਲੱਗੇ ਜਿਨ੍ਹਾਂ ਨੇ ਹੁਣ ਤੱਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਪਿਤਾ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੈ, ਜਿਨ੍ਹਾਂ ਦੀ ਉਮਰ ਹੀ ਸੇਵਾ ਵਿੱਚ ਲੰਘੀ ਹੈ। ਹਾਂਜੀ। ਗ੍ਰਾਮ ਗੁਰੂ ਧਾਰ ਕੋ ਸੰਭਾਰੈ ਤਿਨ ਕਾਰ ਕੀ। ਗੱਜ ਕੇ ਆਖੋ ਗੁਰੂ ਘਰ ਦਾ ਸਾਰਾ ਕੰਮ ਉਹ ਕਰਦੇ ਐ, ਜਾਓ ਉਹਨਾਂ ਕੋਲ ਜਾਓ। ਹਾਂਜੀ। ਮਹਾ ਸਮਰੱਥ ਹੈ ਜੇ ਹਾਥ ਧਰੇ ਮੱਥ ਹੈ। ਕਿਉਂ? ਬਾਬਾ ਬੁੱਢਾ ਸਾਹਿਬ 'ਚ ਇੰਨੀ ਸਮਰੱਥਾ ਹੈ। ਬਾਬਾ ਬੁੱਢਾ ਸਾਹਿਬ ਜਿਹਦੇ ਸਿਰ ਤੇ ਹੱਥ ਰੱਖ ਦੇਣ, ਉਹਦੇ ਵਿੱਚ ਵੀ ਵੱਡੀ ਸਮਰੱਥਾ ਆ ਜਾਂਦੀ ਹੈ। ਬਾਬਾ ਜੀ ਵਿੱਚ ਕਿੰਨੀ ਸਮਰੱਥਾ ਹੋਏਗੀ। ਹਾਂਜੀ। ਸਕਲ ਦੁੱਖ ਲੱਥ ਹੈ ਬਹਾਏ ਚਿੰਤ ਮਨ ਕੀ। ਬਾਬਾ ਬੁੱਢਾ ਜੀ ਮਹਾਨ ਸਮਰੱਥਾਵਾਨ ਹਨ। ਗੰਗਾ ਜੀ, ਜੇ ਤੁਹਾਡੇ ਸਿਰ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਰੱਖ ਦਿੱਤਾ ਨਾ, ਤੁਹਾਡੇ ਸਾਰੇ ਦੁੱਖ ਹੀ ਦੂਰ ਹੋ ਜਾਣਗੇ। ਮਨ ਦੀ ਚਿੰਤਾ ਰੂਪੀ ਦੁੱਖ ਜਿਹੜਾ ਹੈ ਵੀ ਦੂਰ ਹੋ ਜਾਏਗਾ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਕਿੰਨੀ ਵੱਡੀ ਵਡਿਆਈ ਜੀ ਬਾਬਾ ਜੀ ਦੀ। ਹਾਂਜੀ। ਪਰਵੈ ਮਨੋਰਥ ਪ੍ਰਸੰਨ ਹੋ ਹੈ ਜਾਹੀ ਪਰ, ਬਾਂਸ਼ਤ ਕੋ ਦੇਹ ਲਾਜ ਰਾਖ ਹੈ ਸ਼ਰਨ ਕੀ। ਜੇ ਬਾਬਾ ਜੀ ਨੇ ਤੁਹਾਡੇ ਸਿਰ ਤੇ ਹੱਥ ਰੱਖਿਆ, ਆਸ਼ੀਰਵਾਦ ਦੇ ਦਿੱਤਾ, ਬਚਨ ਕਰ ਦਿੱਤਾ, ਖੁਸ਼ ਹੋ ਗਏ, ਜੋ ਤੁਸੀਂ ਮੰਗੋਗੇ ਤੁਹਾਨੂੰ ਦੇਣਗੇ ਬਾਬਾ ਜੀ। ਹਾਂਜੀ। ਚਿਤ ਮੈਂ ਅਚਲ ਹੈ ਵਿਸਾਲਤੀ ਪ੍ਰਬਲ ਹੈ, ਟਹਿਲਤਾ ਸਫਲ ਹੈ ਅਟਲਤਾ ਬਚਨ ਕੀ। ਬਾਬਾ ਬੁੱਢਾ ਸਾਹਿਬ ਜੀ ਦੀ ਬੁੱਧੀ ਬਹੁਤ ਵੱਡੀ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਹਨ। ਗੰਗਾ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਸੇਵਾ ਹੈ ਨਾ, ਉਹ ਨਿਸ਼ਫਲ ਨਹੀਂ ਜਾਂਦੀ। ਜਿਹੜਾ ਸਿੱਖ ਬਾਬਾ ਜੀ ਦੀ ਸੇਵਾ ਕਰੇਗਾ, ਉਹਦੀ ਸੇਵਾ ਨੂੰ ਫਲ ਗੁਰੂ ਨਾਨਕ ਸਾਹਿਬ ਲਾਉਣਗੇ ਜੀ। ਇਹ ਕੇਵਲ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦੀ ਕਥਾ ਨਹੀਂ ਹੈ ਇਕੱਲੀ। ਇਸ ਸਾਖੀ ਤੋਂ ਬਾਅਦ ਪਤਾ ਨਹੀਂ ਕਿੰਨਿਆਂ ਕਦੇ ਘਰਾਂ 'ਚ ਬਖਸ਼ਿਸ਼ਾਂ ਹੋਈਆਂ ਜੀ। ਫਿਰ ਜੀ ਅੱਜ ਤੱਕ ਹੋ ਰਹੀਆਂ ਜੀ। ਵੇਖੋ 6ਵੇਂ ਪਾਤਸ਼ਾਹ ਇੰਨੇ ਵੱਡੇ ਆ, ਆਉਣ ਤੋਂ ਪਹਿਲਾਂ ਹੀ ਭਲੇ ਦੇ ਕਾਰਜ ਸ਼ੁਰੂ ਹੋ ਗਏ ਆ ਜੀ। ਹਾਂਜੀ।
ऐसे निज दास की प्रशंसा को प्रकाश कीन, गंगा सोन लीन आशा धरी और नंद की। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਸਿਫਤ ਕੀਤੀ ਨਾ, ਗੰਗਾ ਜੀ ਜੋ ਚਾਹੋਗੇ ਮਿਲੇਗਾ। ਜੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਤੁਸੀਂ ਪ੍ਰਸੰਨ ਕਰ ਦਿੱਤਾ, ਸੇਵਾ ਕਰਕੇ ਉਹਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ ਜੀ। ਤੇ ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਸਿਫਤ ਕੀਤੀ, ਮਾਤਾ ਜੀ ਨੂੰ ਸੁਣ ਕੇ ਧੀਰਜ ਮਿਲਿਆ ਜੀ। ਹਾਂਜੀ। बाक पै विश्वास कर, रात को निवास कर, उद्यो उत्पास त्यारी करी कर जान की। ਤੇ ਬਸ ਫਿਰ ਕੀ ਸੀਗਾ ਜੀ, ਦਿਨ ਚੜਿਆ, ਰਾਤ ਪਹਿਲਾਂ ਮਸਾਂ ਹੀ ਬਤੀਤ ਕੀਤੀ ਮਾਤਾ ਜੀ ਨੇ ਵੀ ਦਿਨ ਚੜੇ ਤੇ ਮੈਂ ਬਾਬਾ ਜੀ ਦੇ ਕੋਲ ਜਾਵਾਂ ਜੀ, ਦਿਨ ਚੜੇ ਮੈਂ ਬਾਬਾ ਜੀ ਦੇ ਕੋਲ ਜਾਵਾਂ। ਬਾਕ ਪੈ ਵਿਸਾਸ ਕਰ, ਰਾਤ ਕੋ ਨਿਵਾਸ ਕਰ, ਉਦਿਓ ਸੁਪਤਾਸ ਤਿਆਰੀ ਕਰੀ ਜਾਨ ਬ੍ਰਿੰਦ ਕੀ। ਫਿਰ ਦਿਨ ਚੜਿਆ, ਮਾਤਾ ਜੀ ਨੇ ਤਿਆਰੀ ਕੀਤੀ ਜੀ। ਹਾਂਜੀ। ਸਿਆੰਦਨ ਤੁਰੰਗ ਜੋਰ ਸੁੰਦਰ ਸਜਾਏ ਰੰਗ। ਫਿਰ ਕੀ ਸੀਗਾ, ਸਿਆੰਦਨ ਤੁਰੰਗ ਜੋਹਰ ਸੁੰਦਰ ਸਜਾਏ ਰੰਗ। ਰੱਥ ਜਿਹੜੇ ਸਨ ਉਹਨਾਂ ਨਾਲ ਘੋੜੇ ਜੋੜੇ ਗਏ ਜੀ, ਪ੍ਰਬੰਧ ਕੀਤਾ ਗਿਆ ਜੀ। ਹਾਂਜੀ। ਕਲਸ ਉਤੰਗ ਚਾਮੀ ਕਰ ਦੁੱਤ ਦੁੰਦ ਕੀ। ਉਹਨਾਂ ਰੱਥਾਂ ਦੇ ਉੱਤੇ ਕਲਸ਼ ਲਾਏ ਗਏ ਜੀ, ਰੱਥਾਂ ਨੂੰ ਸਜਾਇਆ ਗਿਆ ਚੰਗੀ ਤਰ੍ਹਾਂ ਜੀ। ਹਾਂਜੀ। ਗਾਜੈ ਮੰਦ ਨੀਰ ਧਰ ਸ਼ਬਦ ਗੰਭੀਰ ਭਇਓ, ਬਾਰਤਾ ਸਕਲ ਕਰੈ ਆਨੰਦ ਬਿਲੰਦ ਕੀ। ਤੇ ਹਾਥੀਆਂ, ਵਾਹਿਗੁਰੂ ਉਹ ਘੋੜਿਆਂ ਨੂੰ ਵੀ ਘੁੰਗਰੂ ਬੰਨੇ ਗਏ ਜੀ। ਰੱਥ ਚੱਲਣ ਲੱਗ ਪਿਆ ਨਾ ਜਦੋਂ, ਆਵਾਜ਼ਾਂ ਆਉਣ ਲੱਗ ਪਈਆਂ ਜੀ, ਆਵਾਜ਼ਾਂ ਆਉਣ ਲੱਗ ਪਈਆਂ। ਘੋੜੇ ਜਿਹੜੇ ਅੱਗੇ ਲਾਏ ਗਏ ਉਹ ਬੜੀ ਤੇਜ਼ ਭੱਜਣ ਵਾਲੇ ਸਨ ਜੀ। ਹਾਂਜੀ। ਦਾਸੀ ਬ੍ਰਿੰਦ ਸਿੱਖਣੀ ਬਹਿਲ ਪੈ ਅਰੂੜ ਚੱਲੀ। ਹੋਰ ਦਾਸੀਆਂ ਸਿੱਖਣੀਆਂ ਗੱਡਿਆਂ ਤੇ ਨਾਲ ਚੜ ਪਈਆਂ ਜੀ, ਕਈ ਗੱਡੇ ਨਾਲ ਲੈ ਲਏ ਜੀ। ਮਾਨਵ ਕੀ ਭੀਰ ਸੰਗ ਗਮਨੇ ਸੋਰਾ ਤੇ ਕੋ। ਮਾਤਾ ਜੀ ਨੇ ਕਈ ਸਿੱਖਾਂ ਨੂੰ ਨਾਲ ਤਿਆਰ ਕੀਤਾ ਵੀ ਚਲੋ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਜੀ। ਰੱਥ ਤਿਆਰ ਹੋ ਗਿਆ ਜੀ। ਹਾਂਜੀ। ਮਧੁਰ ਸਨਿਗਧ ਬਿਸਦ ਹੈ ਬਰਨ ਕੋ। ਤੇ ਸਾਧ ਸੰਗਤ ਜੀ ਫਿਰ ਮਿੱਠੇ ਪਦਾਰਥ ਲਏ ਆ, ਘਿਓ ਵਾਲੇ ਪਦਾਰਥ ਲਏ ਆ, ਪੂੜੀਆਂ ਕਚੌਰੀਆਂ ਮਾਲ ਪੂੜੇ ਲਏ ਆ ਨਾਲ। ਲੀਨੇ ਪਕਵਾਨ ਹੇਤ ਖਾਨ ਚਿਤ ਚਾਹ ਕੀ। ਖੂਬ ਵਧੀਆ ਪਦਾਰਥ ਜਿਹੜੇ ਆ ਨਾ, ਮਾਤਾ ਜੀ ਨੇ ਕਾਫੀ ਵੱਡਾ ਲੰਗਰ ਤਿਆਰ ਕਰਕੇ ਨਾਲ ਰਖਾਇਆ ਜੀ ਵੀ ਬਾਬਾ ਜੀ ਨੂੰ ਪ੍ਰਸ਼ਾਦਾ ਛਕਾ ਕੇ ਖੁਸ਼ੀ ਲੈਣੀ ਉਹਨਾਂ ਦੀ। ਗੱਜ ਕੇ ਆਖੋ। ਸਭ ਤੋਂ ਵੱਡੀ ਖੁਸ਼ੀ ਲੈਣ ਦਾ ਤਰੀਕਾ ਹੀ ਇਹ ਆ ਜੀ, ਵਧੀਆ ਪ੍ਰੇਮ ਨਾਲ ਪ੍ਰਸ਼ਾਦਾ ਛਕਾਓ, ਖੁਸ਼ੀ ਮਿਲਦੀ ਜੀ ਅਗਲੇ ਦੀ ਜੀ। ਹਾਂਜੀ। ਜੋਰ ਭਰੇ ਵਾਹਨ ਖੁੱਲੇ ਹੈ ਬਾਹੋਂ ਦਿਨ ਖਰੇ, ਚੰਚਲ ਚਲਾਕੀ ਕਰੈ ਦੇਤ ਉਤਸ਼ਾਹ ਕੋ। ਬੜੇ ਵਾਹਨ ਸਾਧ ਸੰਗਤ ਜੀ, ਪੂਰੇ ਜੋਰਾਂ ਦੇ ਨਾਲ ਪਦਾਰਥਾਂ ਨਾਲ ਭਰੇ ਪਏ ਜੀ ਗੱਡੇ ਜੀ। ਕਈ ਗੱਡੇ ਭਰੇ ਆ, ਮਾਤਾ ਜੀ ਆਪ ਸੱਜ ਗਏ ਆ, ਤੇ ਜਿਹੜੇ ਘੋੜੇ ਆ ਬੜੇ ਚੰਚਲ ਨੇ, ਭੱਜਦੇ ਜਾ ਰਹੇ ਆ ਜੀ। ਹਾਂਜੀ। ਬ੍ਰਿਧ ਕੋ ਸਥਾਨ ਨੇਰੇ ਰਹਿਓ ਤਬ ਪ੍ਰੇਰੇ ਪੰਥ, ਭਾਜੇ ਘੰਟ ਬਾਜੈ ਸ਼ਬ ਸਾਜੈ ਸ਼ੁਭ ਬਾਹਾ ਕੋ। ਮਾਤਾ ਗੰਗਾ ਜੀ ਆਪ ਰੱਥ ਤੇ ਅੱਗੇ ਸੱਜ ਗਏ ਆ, ਨਾਲ ਦਾਸੀਆਂ ਨੇ, ਗੱਡੇ ਸਮਾਨ ਦੇ ਭਰੇ ਆ, ਨਾਲ ਸਿੱਖ ਨੇ, ਬੀਬੀਆਂ ਨੇ ਗੱਡਿਆਂ 'ਚ ਬੈਠੀਆਂ। ਬੜੇ ਵੱਡੇ ਪੱਧਰ ਤੇ ਲੋਕ ਜਾ ਰਹੇ ਬਾਬਾ ਬੁੱਢਾ ਸਾਹਿਬ ਜੀ ਕੋਲ ਜੀ। ਪੀਛੇ ਤੇ ਬਹਿਲ ਬ੍ਰਿੰਦ ਬਲ ਕੋ ਬਰਿੰਦ ਕਰੈ, ਸਗਲੀ ਤਵਾਈ ਧੂਰ ਚੜੀ ਅਸਮਾਨ ਮੈਂ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਇਲਾਕਾ ਨੇੜੇ ਆਇਆ ਨਾ, ਬੀੜ ਸਾਹਿਬ, ਤੇ ਰੱਥ ਹੋਰ ਤੇਜ਼ ਕਰ ਲਏ ਜੀ। ਹਾਂਜੀ। ਮਾਤਾ ਜੀ ਬੈਠੇ ਆ ਬੜੀ ਸ਼ਾਨ ਨਾਲ ਜੀ, ਗੁਰੂ ਘਰ ਦੇ ਮਾਤਾ ਜੀ ਨੇ, ਸਤਿਕਾਰਯੋਗ ਨੇ ਜੀ, ਤੇ ਬੜੇ ਸ਼ਾਨ ਦੇ ਨਾਲ ਬੈਠੇ। ਉਹ ਜਦੋਂ ਰੱਥ ਤੇਜ਼ ਤੇਜ਼ ਚੱਲੇ, ਗੱਡੇ ਚੱਲਣ, ਧੂਣਾ ਉੱਡਣ ਜੀ, ਘੱਟਾ ਮਿੱਟੀ ਉੱਡੇ ਜੀ। ਪਹਿਲਾਂ ਰਾਹ ਕਿਹੜੇ ਪੱਕੇ ਹੁੰਦੇ ਸੀਗੇ ਜੀ। ਹਾਂਜੀ। ਘੁੰਗਰੂ ਕਮੰਕੇ ਘੋਰ ਪੈਰ ਕੇ ਬਚੰਤੇ। ਉਹ ਘੁੰਗਰੂ ਖੜਕ ਰਹੇ ਆ, ਪੈਰਾਂ 'ਚ ਪਾਏ ਘੁੰਗਰੂ ਖੜਕ ਰਹੇ ਆ, ਘੋੜਿਆਂ ਦੇ ਜਿਹੜੇ ਨਾਲ ਉੱਤੇ ਬੰਨੇ ਆ ਘੁੰਗਰੂ। ਸਾਧ ਸੰਗਤ ਜੀ ਰੱਥ ਦੇ ਉੱਤੇ ਸਜਾਵਟ ਦਾ ਸਮਾਨ ਰੱਖਿਆ, ਉਹ ਵੀ ਖੜਕ ਰਿਹਾ ਹੈ।
ਨੇਮੀ ਸ਼ਬਦ ਉਠਨ ਤੇ ਜਾਨ ਦੌਰਤ ਪਿਆਨ ਮੈਂ। ਤੇ ਸਾਧ ਸੰਗਤ ਜੀ ਬਹੁਤ ਉੱਚੀ ਉੱਚੀ ਆਵਾਜ਼ ਆ ਰਹੀ ਹੈ, ਘੋੜਿਆਂ ਦੇ ਪੈਰਾਂ ਦੀ ਆਵਾਜ਼ ਆ ਰਹੀ ਹੈ, ਰੱਥਾਂ ਬੇਲਾਂ ਦੇ ਪਹੀਆਂ ਦੀ ਆਵਾਜ਼ ਉੱਚੀ ਉੱਚੀ ਆ ਰਹੀ ਹੈ, ਵਾਹਨ ਤੇਜ਼ ਰਫ਼ਤਾਰ ਨਾਲ ਭਜਾਏ ਜਾ ਰਹੇ ਹੈ। ਸ਼ੋਰ ਉੱਠੇ ਜੋਰ ਖੱਗ ਉੱਡੇ ਚਹੋਂ ਔਰ ਧਾਏ, ਬਨ ਤੇ ਪੱਲਾ ਤੇ ਮ੍ਰਿਗ ਤਾਸ ਤੇ ਸਥਾਨ ਮੈਂ। ਤੇ ਉਸ ਸਮੇਂ ਨਾ ਬਾਬਾ ਬੁੱਢਾ ਜੀ ਨੇਤਰ ਬੰਦ ਕਰਕੇ ਭਜਨ ਕਰ ਰਹੇ ਸਨ ਜੀ। ਬਾਬਾ ਬੁੱਢਾ ਸਾਹਿਬ ਜੀ ਜਦੋਂ ਭਜਨ ਕਰਦੇ ਸੀ ਨਾ ਜੀ, ਜਾਨਵਰ ਵੀ ਉਹਨਾਂ ਕੋਲ ਆ ਕੇ ਬਹਿ ਜਾਂਦੇ ਸੀਗੇ ਜੀ। ਤੱਤ ਹੈ ਜੀ ਭਜਨ ਦਾ, ਭਜਨ ਨਾਲ ਸ਼ਾਂਤੀ ਮਿਲਦੀ ਹੈ ਜੀ। ਜਾਨਵਰ ਵੀ ਕੋਲ ਆ ਕੇ ਬਹਿ ਜਾਂਦੇ ਸੀ, ਪੰਛੀ ਵੀ ਕੋਲ ਆ ਕੇ ਬਹਿ ਜਾਂਦੇ ਸੀਗੇ। ਸਾਰਾ ਇਲਾਕਾ ਜੰਗਲ ਸੀਗਾ, ਜੰਗਲਾਂ 'ਚ ਹਿਰਨ ਹੁੰਦੇ ਆ, ਹਿਰਨ ਵੀ ਕੋਲ ਆ ਕੇ ਬਹਿ ਜਾਂਦੇ ਸੀ। ਇੰਨਾ ਬਾਬਾ ਜੀ ਪ੍ਰੇਮ ਨਾਲ ਭਜਨ ਕਰਦੇ ਸਨ, ਵਾਈਬ੍ਰੇਸ਼ਨਸ ਇੰਨੀਆਂ ਸਨ ਬਾਬਾ ਜੀ ਦੀਆਂ ਮਜ਼ਬੂਤ, ਜ਼ਬਰਦਸਤ। ਕਹਿਣ ਲੱਗੇ ਸ਼ੋਰ ਉੱਠੇ ਜ਼ੋਰ, ਜ਼ੋਰ ਦਾ ਰੌਲਾ ਪਵੇ ਜੀ। ਹਾਂਜੀ, ਖੱਗ ਉੱਡੇ ਚਹੋਂ ਔਰ ਧਾਏ, ਬਨ ਤੇ ਭੁਲਾਏ ਮ੍ਰਿਗ ਤਾਸ ਤੇ ਸਥਾਨ ਮੈਂ। ਪੰਛੀ ਵੀ ਉੱਡ ਗਏ, ਹਿਰਨ ਵੀ ਭੱਜ ਗਏ, ਹੋਰ ਜਿਹੜੇ ਜਿਹੜੇ ਜਾਨਵਰ ਸਾਰੇ ਜੰਗਲਾਂ 'ਚ ਭੱਜ ਗਏ, ਪੰਛੀ ਆਕਾਸ਼ 'ਚ ਉਡਾਰੀਆਂ ਮਾਰਨ ਲੱਗ ਪਏ ਜੀ, ਆਵਾਜ਼ ਸੁਣ ਕੇ ਜੀ, ਖੜਕਾ ਸੁਣ ਕੇ ਜੀ। ਹਾਂਜੀ, ਕੋ ਬ੍ਰਿਧ ਪਾਸ ਤਾਂ ਸੋ ਪੁੱਛਿਓ ਇਹ ਕੌਣ ਆਵੇ। ਉਹ ਜਦੋਂ ਚੀਂ ਚੀਂ ਕਰਦੇ ਜਾਨਵਰ ਉੱਡੇ ਨਾ ਜੀ, ਬਾਬਾ ਜੀ ਨੇ ਨੇਤਰ ਖੋਲੇ ਜੀ। ਤੇ ਬਾਬਾ ਜੀ ਦੇ ਕੋਲ ਜਿਹੜਾ ਸੇਵਾਦਾਰ ਸੀਗਾ ਨਾ ਜੀ, ਬਾਬਾ ਜੀ ਉਹਨੂੰ ਪੁੱਛਦੇ ਆ, ਇਹੋ ਕੌਣ ਆਵੇ? ਕਹਿੰਦੇ ਭਾਈ ਗੁਰਮੁਖਾ, ਕੌਣ ਆ ਰਿਹਾ? ਹਾਂਜੀ, ਜੀਵ ਭਏ ਵਿਆਕੁਲ ਵਿਸਾਲ ਹੀ ਪਿਆਨ ਮੈਂ। ਇਹ ਜੀਵ ਇਹਨੇ ਆਨੰਦ 'ਚ ਟਿਕੇ ਸਨ, ਸਾਰੇ ਹੀ ਭੱਜ ਗਏ ਇੱਥੋਂ। ਕੌਣ ਆ ਰਿਹਾ? ਹਾਂਜੀ, ਤਾਂ ਨੇ ਮੈਂ ਪਹਿਚਾਨ ਕਰ ਬੁੱਢੇ ਸੋ ਬਖਾਨ ਕਰ, ਗੁਰੂ ਕੋ ਪਿਆਨ ਕਰ ਆਵੇਂ ਇਤ ਔਰ ਕੋ। ਉਹਨੇ ਪਛਾਣ ਕੀਤੀ, ਕਹਿਣ ਲੱਗਾ ਬਾਬਾ ਜੀ ਲੱਗਦਾ ਤੇ ਇਉਂ ਹੈ ਜਿਵੇਂ ਗੁਰੂ ਘਰ ਦੇ ਵਾਹਨ ਆ ਰਹੇ ਹੋਣ ਜੀ, ਗੁਰੂ ਘਰ ਦਾ ਰੱਥ ਆ ਰਿਹਾ ਹੋਵੇ, ਇਉਂ ਲੱਗਦਾ ਹੈ ਬਾਬਾ ਜੀ। ਹਾਂਜੀ, ਨਰਨ ਕੀ ਭੀਰ ਸੰਗ ਸਿੰਦਨ ਤੁਰੰਗ ਲੱਗੇ। ਕਈ ਮਨੁੱਖ ਨਾਲ ਨੇ, ਕਈ ਮਨੁੱਖ ਨਾਲ ਨੇ, ਸਿੰਦਨ ਤੁਰੰਗ ਲੱਗੇ, ਗੱਡੇ ਵੀ ਨੇ, ਰੱਥਾਂ ਦੇ ਨਾਲ ਘੋੜੇ ਜੋੜੇ ਹੋਏ ਆ। ਭਾਜੇ ਤੇ ਸ਼ਬਦ ਹੋਤ ਸਕਟ ਸੋ ਜੋਰ ਕੋ। ਸੋ ਗੱਡਿਆਂ ਦੀ, ਘੋੜਿਆਂ ਦੀ, ਹੋਰ ਜਿਹੜਾ ਸ਼ੋਰ ਆ ਰਿਹਾ ਨਾ, ਉਹਦੀ ਆਵਾਜ਼ ਸੁਣ ਕੇ ਸਾਰੇ ਜਾਨਵਰ ਭੱਜ ਗਏ ਹੈ। ਬੈਨ ਸ਼੍ਰੋਨ ਧਾਰੇ ਤੇ ਉਚਾਰੇ ਬ੍ਰਿਧ ਤਾਂ ਸੋ ਫੇਰ, ਰਾਮਦਾਸ ਪੁਰੇ ਕਿਨ ਕੀਨੋ ਅਸ ਸ਼ੋਰ ਕੋ। ਗੱਜ ਕੇ ਆਖੋ। ਤੇ ਉਰੋਂ ਅੰਮ੍ਰਿਤਸਰ ਦਾ ਨਾਮ ਰਾਮਦਾਸਪੁਰ। ਬਾਬਾ ਜੀ ਕਹਿਣ ਲੱਗੇ ਰਾਮਦਾਸਪੁਰ ਤੋਂ ਕੌਣ ਆ ਗਿਆ ਇਸ ਸਮੇਂ, ਇਹਨਾਂ ਜਿਹਨੇ ਸ਼ੋਰ ਕੀਤਾ। ਹਾਂਜੀ, ਭਾਜਰ ਕੋ ਪਾਏ ਸਮੁਦਾਏ ਨਰ ਲਿਆਏ ਸਾਥ, ਚਲੇ ਕੇ ਸਥਾਨ ਕੋ ਉਠਾਏ ਧੁਨ ਘੋਰ ਕੋ। ਵੇਖੋ ਆਪ ਵੀ ਬੜੇ ਭੱਜ ਕੇ ਆ ਰਹੇ ਆ, ਜਾਨਵਰਾਂ ਨੂੰ ਵੀ ਭਾਜੜਾਂ ਪਾ ਦਿੱਤੀਆਂ ਨੇ। ਕਿੱਥੇ ਜਾ ਰਹੇ ਆ, ਕਿੱਧਰ ਦੀਆਂ ਭਾਜੜਾਂ ਪੈ ਗਈਆਂ ਨੇ। ਉਹ ਬਾਬਾ ਜੀ ਨੇ ਬਚਨ ਕੀਤਾ ਜੀ। ਹਾਂਜੀ, ਐਸੇ ਕਹਿ ਦੇਖਣ ਲਗਾ ਹੈ ਪੁੰਨ ਤਾਹੀ ਔਰ, ਇਤਨੇ ਮੈਂ ਆਏ ਨੇਰੇ ਤਿਆਗ ਸਭ ਯਾਨ ਕੋ। ਉਧਰ ਅਜੇ ਬਚਨ ਹੀ ਕਰਨ ਦੇ ਆ ਬਾਬਾ ਜੀ, ਤੇ ਮਾਤਾ ਜੀ ਹੋਣੀ ਸਿੱਖ ਸਾਰੇ ਰੱਥ ਭਜਾਉਂਦੇ ਭਜਾਉਂਦੇ ਨਾ ਛੇਤੀ ਛੇਤੀ ਬਾਬਾ ਜੀ ਦੇ ਲਾਗੇ ਹੀ ਪਹੁੰਚ ਗਏ ਜੀ। ਹਾਂਜੀ, ਗੰਗਾ ਸੰਗ ਦਾਸੀ ਲੀਨ ਦਾਸਨ ਕੋ ਆਗੇ ਕੀਨ। ਮਾਤਾ ਗੰਗਾ ਜੀ ਦਾਸੀਆਂ ਦੇ ਸਮੇਤ ਸਾਰੇ ਅੱਗੇ ਆਏ ਜੀ। ਬਾਬਾ ਜੀ ਬੈਠੇ ਸਨ, ਬਾਬਾ ਬੁੱਢਾ ਜੀ। ਹਾਂਜੀ, ਨਮੋ ਪਾਏ ਠਾਨ ਆਗੇ ਕਰਿਓ ਪਕਵਾਨ ਕੋ। ਤੇ ਮਾਤਾ ਜੀ ਨੇ ਨਾ ਜੀ ਮੱਥਾ ਟੇਕਿਆ ਜੀ ਬਾਬਾ ਜੀ ਨੂੰ। ਆਪਾਂ ਵੀ ਟੇਕੀਏ। ਧੰਨ ਧੰਨ ਬਾਬਾ ਬੁੱਢਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਤੇ ਪਕਵਾਨ ਜਿਹੜੇ ਪਤੀਲੇ, ਕੜਾਹੀਆਂ, ਪਰਾਤਾਂ ਭਰੀਆਂ ਪਈਆਂ ਖੀਰਾਂ ਪੂੜੀਆਂ ਦੀਆਂ, ਉਹ ਅੱਗੇ ਰੱਖੀਆਂ ਲਿਆ ਕੇ। ਹਾਂਜੀ, ਸਹਿਜ ਸੁਭਾਏ ਬ੍ਰਿੰਦ ਬਾਕ ਕਹਿਓ ਸੁਨਾਏ ਕਹਿਓ। ਸਹਿਜ ਸੁਭਾਏ ਬ੍ਰਿਧ ਬਾਕ ਕੋ ਸੁਨਾਏ ਕਹਿਓ। ਬਾਬਾ ਬੁੱਢਾ ਜੀ ਸਹਿਜ ਸੁਭਾ ਕਹਿਣ ਲੱਗੇ ਜੀ। ਹਾਂਜੀ, ਕੈਸੀ ਆਈ ਮਾਤ ਕਰ ਭਾਜਰ ਮਹਾਨ ਕੋ। ਮਾਤਾ ਜੀ ਨੂੰ ਸਹਿਜ ਸੁਭਾ ਬਾਬਾ ਜੀ ਨੇ ਕਿਹਾ। ਬਾਬਾ ਜੀ ਕਹਿਣ ਲੱਗੇ ਮਾਤਾ ਨੂੰ ਕਿੱਧਰੋਂ ਭਾਜੜਾਂ ਪਈਆਂ ਨੇ। ਵੇਖੋ
ਇਹਦੇ 'ਚ ਪਿਆਰ ਵੀ ਵੇਖੋ। ਪਿਆਰ ਇਹ ਹੈ ਕਿ ਬਾਬਾ ਬੁੱਢਾ ਜੀ ਦੀ ਉਮਰ 90 ਤੋਂ ਉੱਤੇ ਸਾਲ ਦੀ ਹੈ ਜੀ, 90 ਸਾਲਾਂ ਤੋਂ ਵੱਧ ਦੀ ਉਮਰ ਹੈ ਜੀ। ਤੇ ਮਾਤਾ ਗੰਗਾ ਜੀ ਦੀ ਉਮਰ ਵੱਧ ਤੋਂ ਵੱਧ ਨਹੀਂ 30 ਸਾਲ ਹੋਏਗੀ ਜੀ। 30 ਸਾਲ ਦੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਮਾਂ ਕਹਿ ਰਹੇ ਹੈ ਜੀ। ਸਤਿਕਾਰਯੋਗ ਹੈ ਨਾ। ਫਿਰ ਪੜਿਓ, ਕੈਸੇ ਆਈ ਮਾਤ, ਕੈਸੇ ਆਈ ਮਾਤ ਕਰ ਭਾਜਰ ਮਹਾਨ ਕੋ। ਮਾਤਾ ਜੀ ਕਿਧਰੋਂ ਆ ਗਏ? ਕਹਿਣ ਲੱਗੇ ਸਭਨਾਂ ਨੂੰ ਭਾਜੜਾਂ ਪਾਈਆਂ ਨੇ, ਇੰਨੀਆਂ ਭਾਜੜਾਂ। ਹਾਂਜੀ। ਸੁਨੇ ਕੰਪ ਮਾਨ ਭਈ ਮੌਨ ਲੱਗੇ ਕੇਲਾ ਜਿਮ। ਸੁਕਿਓ ਮੁਖ ਬੋਲੀ ਨਹੀਂ ਮਹਾ ਤਰਾਸ ਮਾਨ ਕੋ। ਬਸ ਜਦੋਂ ਹੀ ਮਾਤਾ ਜੀ ਨੇ ਸੁਣਿਆ, ਓਹੋ ਬਾਬਾ ਜੀ ਨੇ ਭਾਜੜਾਂ ਵਾਲਾ ਬਚਨ ਕਰਤਾ। ਮਾਤਾ ਜੀ ਵੀ ਸਿਆਣੇ ਹੀ ਗਏ ਜੀ। ਉਸੇ ਵੇਲੇ ਹੀ ਕਹਿੰਦੇ ਸੁਨੇ ਕੰਪ ਮਾਨ ਭਈ, ਮਾਤਾ ਜੀ ਦਾ ਸਰੀਰ ਹੀ ਕੰਬ ਗਿਆ ਸਾਰਾ ਜੀ। ਕਿਉਂ? ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਜੀ। ਬਾਬਾ ਜੀ ਨੇ ਸਹਿਜ ਸੁਭਾਅ ਕਿਹਾ ਵੀ ਮਾਤਾ ਜੀ ਕਾਹਦੀਆਂ ਭਾਜੜਾਂ, ਕਿੱਧਰੋਂ ਆਏ? ਮਾਤਾ ਜੀ ਉਸੇ ਵੇਲੇ ਕੰਬ ਗਏ ਜੀ। ਪੌਣ ਲੱਗੇ ਕੇਲਾ ਜਿਮ ਸੂਕਿਓ। ਜਿਵੇਂ ਸਾਧ ਸੰਗਤ ਜੀ ਕਹਿੰਦੇ ਹੈ, ਮਾਤਾ ਜੀ ਇਸ ਤਰੀਕੇ ਦੇ ਨਾਲ ਕੰਬ ਗਏ ਹੈ ਜਿਵੇਂ ਕੇਲੇ ਨੂੰ ਹਵਾ ਲੱਗਣ ਨਾਲ ਉਹ ਕੁਮਲਾ ਨਹੀਂ ਜਾਂਦਾ। ਬਾਹਰ ਪਿਆ ਰਹੇ, ਹਵਾ ਲੱਗ ਜੇ ਕੁਮਲਾ ਜਾਂਦਾ, ਉਵੇਂ ਮਾਤਾ ਜੀ ਦਾ ਚਿਹਰਾ ਕੁਮਲਾ ਗਿਆ ਜੀ, ਕੁਮਲਾ ਗਿਆ। ਤੇ ਬੋਲੀ ਨਹੀਂ ਮਹਾ ਤਰਾਸ ਮਾਨ ਕੋ, ਮੁਖ ਬੋਲੀ ਨਹੀਂ ਮਹਾ ਤਰਾਸ ਮਾਨ ਕੋ। ਮਾਤਾ ਜੀ ਫਿਰ ਬੋਲ ਨਾ ਸਕੇ ਜੀ, ਉਸੇ ਲਈ ਚੁੱਪ ਹੋ ਗਏ ਜੀ। ਡਰ ਆ ਗਿਆ ਮਨ ਵਿੱਚ ਜੀ। ਹਾਂਜੀ। ਸੋ ਅੱਗੇ ਪੜ੍ਹ ਦੋ ਇੱਕ ਛੇਤੀ ਛੇਤੀ। ਦਾਸੀ ਬੋਲੀ ਹਾਥ ਜੋਰ ਸਤਿਗੁਰੂ ਇਤ ਔਰ। ਆਗਿਆ ਦੇ ਕੇ ਪਠੀ ਸੁਤ ਲੋਰੇ ਤੁਮ ਬੈਨ ਤੇ। ਗੱਜ ਕੇ ਆਖੋ। ਮਾਤਾ ਜੀ ਤੇ ਫਿਰ ਬੋਲ ਹੀ ਨਹੀਂ ਸਕੇ ਜੀ। ਮਾਤਾ ਜੀ ਨਹੀਂ ਬੋਲ ਸਕੇ ਜੀ। ਇੱਕ ਦਾਸੀ ਬੋਲੀ ਜੀ ਫਿਰ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਦਾਸੀ ਨੇ, ਕਹਿੰਦੀ ਬਾਬਾ ਜੀ ਗੁਰੂ ਸਾਹਿਬ ਜੀ ਨੇ ਭੇਜਿਆ ਮਾਤਾ ਜੀ ਨੂੰ, ਗੁਰੂ ਸਾਹਿਬ ਜੀ ਨੇ ਭੇਜਿਆ। ਸਤਿਗੁਰ ਇਤ ਔਰ ਆਗਿਆ ਦੇ ਕੇ ਪਠੀ ਸੁਤ ਲੋਰੋ ਤੁਮ ਬੈਨ ਤੇ। ਤੁਸੀਂ ਪੁੱਤਰ ਦਾ ਬਚਨ ਕਰੋ। ਹਾਂਜੀ। ਸਿੱਖਨ ਮੈਂ ਮੁਖ ਗੁਰੂ ਨਾਨਕ ਕੋ ਦੇਖਿਓ ਆਪ। ਕਿਉਂ? ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਮੁਖੀ ਸਿੱਖ ਹੋ, ਸਭ ਤੋਂ ਪੁਰਾਣੇ ਹੋ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਆਪ ਜੀ ਨੇ। ਗੁਣ ਮੈਂ ਮਹਾਨ ਹੋ ਸਮਾਨ ਆਨ ਨਾਨ ਤੈ। ਤੁਹਾਡੇ ਵਿੱਚ ਬੜੇ ਗੁਣ ਨੇ ਬਾਬਾ ਜੀ, ਤੁਹਾਡੇ ਬਰਾਬਰ ਨਹੀਂ ਕੋਈ ਹੈਗਾ। ਮਾਤਾ ਜੀ ਚੁੱਪ ਖਲੋਤੇ ਹੈ। ਉਹ ਦਾਸੀ ਹੁਣ ਗੱਲ ਕਰ ਰਹੀ ਜੀ ਸਾਰੀ ਜੀ। ਹਾਂਜੀ। ਕਾਲੀ ਬਲੀ ਘਾਟ ਕਾਲੀ ਬੜੀ ਘਾਲ ਬਸੇ ਬਹਿਨ ਮੈਂ ਵਿਸਾਲ। ਅਬ ਸੰਕਟ ਕਰਾਲ ਕੇ ਕਟਾਏ ਦੇਖ ਨੈਣ ਤੇ। ਕਹਿਣ ਲੱਗੇ ਬਾਬਾ ਜੀ ਮਿਹਰ ਦੀ ਦ੍ਰਿਸ਼ਟੀ ਕਰੋ। ਤੁਸੀਂ ਸੇਵਾ ਦਾ ਖਜ਼ਾਨਾ ਤੁਹਾਡੇ ਕੋਲ, ਸਿਮਰਨ ਦਾ ਖਜ਼ਾਨਾ ਤੁਹਾਡੇ ਕੋਲ, ਕਿਰਪਾ ਕਰੋ ਤੇ ਮਿਹਰ ਦੀ ਦ੍ਰਿਸ਼ਟੀ ਕਰੋ। ਹਾਂਜੀ। ਬੁੱਢੇ ਸ਼ਰੋਨ ਸੁਨ ਕੇ ਜਵਾਬ ਦੀਨ ਭਰ ਕੈ ਤਨੂਜ ਕਾ ਹੈ ਮੋਹਿ ਢਿਗ ਕਾਹੀ ਗਰ ਕੁਰ ਧਾਮ ਕੋ। ਗੱਜ ਕੇ ਆਖੋ। ਬੁੱਢੇ ਸ਼ਰੋਨ ਸੁਨ ਕੇ ਜਵਾਬ ਦੀਨ ਭੰਨ ਕੇ। ਬਾਬਾ ਬੁੱਢਾ ਸਾਹਿਬ ਜੀ ਨੇ ਦਾਸੀ ਦੀ ਗੱਲ ਸੁਣੀ। ਜਾਣਦੇ ਤੇ ਬਾਬਾ ਜੀ ਵੀ ਹੈ ਸਾਰਾ ਕੁਝ ਜੀ। ਕਹਿੰਦੇ ਤਨੂਜ ਕਹਾ ਮੋਹੇ ਢਿਗ ਕਾਹੀ ਗੁਰ ਧਾਮ ਕੋ। ਬਾਬਾ ਜੀ ਕਹਿੰਦੇ ਮੇਰੇ ਕੋ ਕਿੱਥੋਂ ਪੁੱਤਰਾਂ ਦੇ ਬਚਨ ਹੈਗੇ ਆ। ਮੈਂ ਤੇ ਆਪ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਘਾਈ ਹਾਂ। ਕਹਿਣ ਲੱਗੇ ਘਾਹ ਖੋਦਣ ਵਾਲਾ ਹਾਂ, ਮੇਰੇ ਕੋ ਕਿੱਥੋਂ ਹੈਗਾ? ਕਹਿਣ ਲੱਗੇ। ਹਾਂਜੀ। ਰਾਖਾ ਰਹੋ ਬੀੜ ਕੋ ਸ਼ਕਤ ਮੈਂ ਕਹਾਂ ਅਸ। ਕਹਿਣ ਲੱਗੇ ਮੈਂ ਤੇ ਜੰਗਲ ਦਾ ਰਾਖਾ ਬਿਠਾਇਆ ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ। ਹਾਂਜੀ। ਸੇਵਕ ਸਦਾ ਕੇ ਕਰੇ ਕਾਮ ਅਬਿਰਾਮ ਕੋ। ਤੇ ਸਗੋਂ ਸੇਵਕਾਂ ਦੇ ਸਾਰੇ ਕੰਮ ਕਰਨ ਵਾਲੇ ਤੇ ਗੁਰੂ ਸਾਹਿਬ ਆਪ ਨੇ। ਹਾਂਜੀ। ਆਪ ਗੁਰੂ ਪੂਰਨ ਹੈ ਪੂਰਤ ਮਨੋਰਥਨ। ਬਾਬਾ ਬੁੱਢਾ ਸਾਹਿਬ ਕਹਿ ਰਹੇ, ਕਹਿੰਦੇ ਗੁਰੂ ਅਰਜਨ ਸਾਹਿਬ ਆਪ ਪੂਰਨ ਨੇ, ਸਿੱਖਾਂ ਦੇ ਮਨੋਰਥ ਪੂਰੇ ਕਰਨ ਵਾਲੇ ਨੇ। ਜਾਚਤ ਹਜ਼ਾਰੋਂ ਦਾਸ ਲੇਹ ਤਿੰਨ ਨਾਮ ਕੋ। ਉਹਨਾਂ ਦਾ ਤੇ ਨਾਮ ਲਿਆ ਆਸਾਂ ਪੂਰੀਆਂ ਹੋ ਜਾਂਦੀਆਂ ਨੇ।
ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਜ਼ਾਰਾਂ ਦਾਸ ਉਹਨਾਂ ਦੇ ਨਾਮ ਲੈ ਲੈ ਕੇ ਅਰਦਾਸਾਂ ਕਰਦੇ ਆ। ਹਾਂਜੀ। ਕੋਸ ਹੋ ਹੈ ਸੈਂਕੜੇ ਆਧਾਰੇ ਜਨ ਭੈ ਤਰੇ, ਹਾਂਜੀ। ਸਹਾਏ ਜਾਂ ਕੇ ਬਰੇ ਬਿਰਾਦਰੇ ਪਬਾਮ ਕੋ। ਹਜ਼ਾਰਾਂ ਸੈਂਕੜੇ ਲੋਕ ਉਹਨਾਂ ਨੂੰ ਆਰਾਧਦੇ ਆ, ਉਹਨਾਂ ਦਾ ਭੈ ਕਰਦੇ ਆ, ਤੇ ਗੁਰੂ ਸਾਹਿਬ ਹੀ ਵੈਰੀਆਂ ਨੂੰ ਵੀ ਖਤਮ ਕਰਨ ਵਾਲੇ ਆ। ਮੈਂ ਕੌਣ ਹੈਗਾ? ਹਾਂਜੀ। ਮੋਨ ਪੁਨ ਧਾਰੀ ਸੁਨ ਗੰਗਾਇਓ ਨਿਰਾਸ ਭਈ, ਮਨ ਮੈਂ ਉਦਾਸ ਬਹੁ ਸੰਕਟ ਕੋ ਪਾਏ ਕੈ। ਬਾਬਾ ਜੀ ਕਹਿਣ ਲੱਗੇ ਜਾਓ, ਗੁਰੂ ਸਾਹਿਬ ਕੋਈ ਜਾਓ ਕਹਿਣ ਲੱਗੇ। ਮੈਂ ਕਿੱਥੋਂ ਇਹ ਕੰਮ ਕਰਨ ਵਾਲਾ ਹੈਗਾ? ਮੈਂ ਥੋੜੀ ਪੁੱਤਰਾਂ ਦੇ ਬਚਨ ਦਿੰਦਾ, ਮੈਂ ਤੇ ਘਾਈ ਹੈਗਾ ਕਹਿਣ ਲੱਗੇ। ਮੈਂ ਤੇ ਸੇਵਾਦਾਰ ਹੈਗਾ, ਮੈਂ ਥੋੜੀ ਪੁੱਤਰਾਂ ਦੇ ਬਚਨ ਦੇ ਸਕਦਾ। ਤੇ ਸਾਰੇ ਬਾਬਾ ਜੀ ਤੋਂ ਡਰਦੇ ਇੰਨਾ ਸਨ ਵੀ ਬਾਬਾ ਜੀ ਨੂੰ ਫੋਰਸ ਨਹੀਂ ਸੀ ਕਰ ਸਕਦੇ। ਬਾਬਾ ਜੀ ਕਹੋ ਬਚਨ, ਗੱਜ ਕੇ ਆਖੋ ਬਾਬਾ ਜੀ ਕਹੋ ਬਚਨ ਹੁਣੇ ਹੈ। ਨਹੀਂ, ਸਾਰੇ ਚੁੱਪ ਹੋ ਗਏ ਜੀ। ਕਹਿੰਦੇ ਮੌਨ ਪੁੰਨ ਧਾਰੀ ਸੁਨ ਗੰਗਾ ਯੋ ਨਿਰਾਸ ਭਈ। ਮਾਤਾ ਗੰਗਾ ਜੀ ਚੁੱਪ ਹੋ ਗਏ ਜੀ, ਪਰ ਹਿਰਦੇ ਚ ਨਿਰਾਸ਼ ਹੋ ਗਏ ਜੀ। ਮਨ ਮੈਂ ਉਦਾਸ ਬਹੁ ਸੰਕਟ ਕੋ ਪਾਏ ਕੈ। ਉਦਾਸ ਹੋ ਗਏ ਜੀ, ਸੰਕਟ ਮਿਲਿਆ ਵੀ ਓਹੋ ਬਾਬਾ ਜੀ ਨੇ ਤੇ ਹੋਰ ਹੀ ਬਚਨ ਕਰਤਾ। ਦਾਸੀ ਦਾਸ ਬ੍ਰਿੰਦ ਜਾਨ ਸਗਰੇ ਬਿਮਨ ਭਏ। ਬਸ ਫਿਰ ਕੀ ਸੀ, ਪਦਾਰਥ ਉੱਥੇ ਪਏ ਰਹੇ ਜੀ। ਮਾਤਾ ਜੀ ਕੁਝ ਸਮਾਂ ਬੈਠੇ, ਫਿਰ ਰੱਥ ਤੇ ਚੜ ਗਏ ਜੀ। ਬੋਲਤ ਨਾ ਬੈਨ ਦੀਨੋ ਹਰਖ ਮਿਟਾਏ ਕੈ। ਤੇ ਗੱਲ ਨਹੀਂ ਕਿਸੇ ਨਾਲ ਕਰਨ ਦੇ ਜੀ, ਚੁੱਪ ਕਰਕੇ ਮਾਤਾ ਜੀ ਰੱਥ ਤੇ ਚੜ ਗਏ ਜੀ। ਹਾਂਜੀ। ਨਮੋ ਠਾਨ ਠਾਨ ਕੇ ਉੱਠੇ ਹੈ ਚੜ ਜਾਨ ਕੈ। ਬਾਕੀ ਸਿੱਖ ਵੀ ਬਾਬਾ ਜੀ ਨੂੰ ਮੱਥਾ ਟੇਕ ਟੇਕ ਕੇ ਉੱਠ ਕੇ ਆਪਣੀਆਂ ਆਪਣੀਆਂ ਸਵਾਰੀਆਂ ਤੇ ਚਲੇ ਸੋ ਪੰਥ ਪ੍ਰਸਾਂਤ ਕੈ ਬਿਲਾਸ ਚਿੰਤ ਪਾਏ ਕੈ। ਸੋ ਪੰਥ ਪ੍ਰਸਥਾਨ ਕੈ ਬਿਲਾਸ ਚਿੰਤ ਪਾਏ ਕੈ। ਰਸਤੇ ਤੇ ਤੁਰ ਪਏ, ਚਿੰਤਾ ਵੱਧ ਗਈ ਜੀ ਸਾਰਿਆਂ ਨੂੰ ਜੀ। ਹਾਂਜੀ। ਪ੍ਰਿਥੀਏ ਕੇ ਬਾਕ ਹੋਏ ਸਾਚੋ ਸਭ ਜਾਣਿਓ ਮਨ, ਉਪਜੈ ਆਨੰਦ ਚਲੇ ਜਾਤ ਮੁਰਝਾਏ ਕੈ। ਤੇ ਸਾਧ ਸੰਗਤ ਜੀ ਬੜੀ ਛੇਤੀ ਚਿੰਤਾ ਚ ਆ ਜਾਂਦੇ ਨਾ ਸਾਰੇ ਜੀ। ਅੱਜ ਕੇ ਆਖੋ ਸਾਰੇ ਸੋਚਣ ਦੇ ਆ ਕਿ ਬਾਬੇ ਪ੍ਰਿਥੀਏ ਦੀਆਂ ਗੱਲਾਂ ਹੀ ਨਾ ਕਿਤੇ ਸੱਚੀਆਂ ਹੋ ਜਾਣ। ਹੈ ਇਹ ਨਹੀਂ ਪਤਾ ਵੀ ਫਾਈਲ ਲੱਗੀ ਹੈ, ਕੁਛ ਨਾ ਕੁਝ ਹੋਏਗਾ ਹੀ। ਹਾਂਜੀ। ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਕੋ ਭੇਜਿਆ ਹੈ, ਬਾਬਾ ਬੁੱਢਾ ਸਾਹਿਬ ਨੇ ਫਿਰ ਗੁਰੂ ਅਰਜਨ ਸਾਹਿਬ ਜੀ ਕੋ ਭੇਜਿਆ ਹੈ, ਕਿਤੇ ਨਾ ਕਿਤੇ ਤੇ ਗੱਲ ਪਹੁੰਚੇਗੀ। ਬਸ ਪਹਿਲਾਂ ਹੀ ਢਿੱਲੀ ਗੱਲ ਬੰਦਾ ਸ਼ੁਰੂ ਕਰ ਦਿੰਦਾ ਜੀ। ਕਈ ਸਿੱਖਾਂ ਨੇ ਮਨ 'ਚ ਸੋਚ ਫੁਰ ਗਈ ਜੀ ਉਹਨਾਂ ਦੀ। ਸੋ ਅੱਗੋਂ ਕੀ ਹੁੰਦਾ ਹੈ, ਮਾਤਾ ਜੀ ਕਿਵੇਂ ਆਉਂਦੇ ਆ, ਅੱਗੋਂ ਗੁਰੂ ਅਰਜਨ ਸਾਹਿਬ ਨੇ ਜਿਹੜੀ ਸਿੱਖਿਆ ਦੇਣੀ ਹੈ ਉਹ ਕਮਾਲ ਦੀ ਹੋਣੀ ਹੈ ਜੀ। ਮਹਾਰਾਜ ਕਿਰਪਾ ਕਰਨ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਕਹੋ ਜੀ ਵਾਹਿਗੁਰੂ, ਜਪ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਿਰਪਾ ਕਰਨ, ਬੇਅੰਤ ਭੁੱਲਾਂ ਹੋਈਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਬਖਸ਼ ਲੈਣ। ਆਪ ਸਭ ਸੰਗਤਾਂ ਬਖਸ਼ ਲਿਓ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁ ਕਹੋ